ਹਾਊਸ ਦ ਜੋਸ਼ ਹਾਈ 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 ਮੈਂ ਸਰਕਾਰਾਂ ਨੂੰ 0 ਨੰਬਰ ਦਿੰਦਾ ਇਸ ਟਾਈਮ। ਜਦੋਂ ਖਰੜ ਆਈਦਾ ਤੇ ਇਦਾਂ ਪਤਾ ਨਹੀਂ ਲੱਗਦਾ ਕਿ ਟੋਇਆਂ 'ਚ ਖਰੜ ਹੈ ਕਿ ਖਰੜ 'ਚ ਟੋਇਆ। ਕਾਂਗਰਸ ਸਰਕਾਰ ਵਾਲੀ ਅਕਾਲੀ ਵਾਲੇ ਕਿਸੇ ਨੇ ਥਾ ਕਿ ਸਾਰੇ ਮਿਨਿਸਟਰ ਤੋਂ ਲੰਘਦੇ ਆ, ਸਾਰਿਆਂ ਦੇ ਘਰ ਇੱਥੇ ਲੰਘਦੇ ਤੂੰ ਕਰਦਾ, ਹੋਰ ਬਥੇਰੇ ਮਾਰਦੇ ਆ ਕੱਢ ਕੇ ਲੋਕੋ ਪਾਸੇ ਹੋ ਜਾਓ, ਲੇਕਿਨ ਇਹ ਨਹੀਂ ਦੇਖਦੇ ਲੋਕ ਕਿੱਥੇ ਖੜੇ ਆ। ਲੋਕਾਂ ਦਾ ਬੁਰਾ ਹਾਲ ਆ। ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਹਾਂ ਜਦ ਕਿ ਹਨੇਰੇ 'ਚ ਹੀ ਘੁੰਮਦੇ ਹਾਂ, ਸਮਝ ਲਓ 10-12 ਘੰਟੇ ਸੇ। ਕਦੋਂ ਆਊਗੀ ਲਾਈਟ, ਕਦੋਂ ਆਊਗੀ, ਬਸ ਇਸੇ ਪਰੇਸ਼ਾਨੀ ਹੈ। ਪਹਿਲਾਂ ਤਾਂ ਬਿਲਡਰਸ ਵਗੈਰਾ ਕਹਿੰਦੇ ਆ ਕਿ ਹਾਂ ਰੋਡਸ ਵਗੈਰਾ ਬਣ ਜਾਣਗੀਆਂ, ਆ ਬਣਨਾ 200 ਫੁੱਟ ਦੀ ਰੋਡ ਆਏ, ਉਸ ਤੋਂ ਬਾਅਦ ਕੋਈ ਪ੍ਰੋਗਰੈਸ ਨਹੀਂ। ਜਿਵੇਂ ਬਾਹਰੋਂ ਲੋਕ ਆ ਕੇ ਉਰੇ ਵਸੇ ਨੇ, ਹਿਮਾਚਲ ਦੇ ਬਹੁਤ ਲੋਕ ਇੱਥੇ ਆ ਰਹੇ ਨੇ, ਜੰਮੂ ਕਸ਼ਮੀਰ ਦੇ ਆ ਰਹੇ ਨੇ, ਹੋਰ ਹਰਿਆਣਾ ਤੋਂ ਆ ਰਹੇ ਨੇ, ਉਹਦੇ ਕਰਕੇ ਪੋਪੂਲੇਸ਼ਨ ਬਹੁਤ ਜ਼ਿਆਦਾ ਵੱਧ ਰਹੀ ਹੈ। ਉਹਦੇ ਕਰਕੇ ਫਿਰ ਟ੍ਰੈਫਿਕ ਦੀ ਪ੍ਰੋਬਲਮ ਤਾਂ ਆਉਣੀ ਚਾਹੇ ਰੋਡ ਜਿੰਨੇ ਮਰਜ਼ੀ ਵੱਡੇ ਹੋਣ। ਤੁਸੀਂ ਕਾਂਗਰਸੀ ਤੇ ਨਹੀਂ? ਦੇਖੋ ਹੁਣ ਦੇਖੋ ਅਗਰ ਮੈਂ ਵਿਚਾਰਧਾਰਾ ਹਰ ਕਿਸੇ ਦੀ ਹੁੰਦੀ ਹੈ ਤੇ ਡੈਮੋਕ੍ਰੇਸੀ 'ਚ ਰੱਖ ਸਕਦੇ ਹਾਂ। ਦੇਖੋ ਮੈਂ ਇੱਕ ਗੱਲ ਕਰਦਾ, ਹੁਣ ਜੇ ਆਪਾਂ ਕਾਂਗਰਸ ਦੀ ਗੱਲ ਕਰੀਏ, ਹੁਣ ਮੈਨੂੰ ਤੁਹਾਡੀ ਗੱਲਾਂ ਤੋਂ ਮੈਂ ਕੀ ਆ ਰਹੀ ਹੈ, ਤੁਸੀਂ ਕਾਂਗਰਸ ਨਹੀਂ ਹੈ, ਤੁਸੀਂ ਵੀ ਆਮ ਆਦਮੀ ਹੋ ਸਕਦੇ ਹੋ। ਮੇਰੀ ਇਮਾਨਦਾਰੀ ਦਾ ਸਬੂਤ ਇਹੀ ਹੋਏਗਾ ਕਿ ਤੁਹਾਡੀ ਪੂਰੀ ਇੰਟਰਵਿਊ ਅਨਐਡਿਟਡ ਲੱਗੇਗੀ, ਵਿੱਚ ਕੱਟ ਕੋਈ ਨਹੀਂ ਲੱਗੂਗਾ। ਹਾਊਸ ਦ ਜੋਸ਼ ਇਹੀ ਤੁਹਾਡੇ ਕੋਲੋਂ ਅੱਜ ਪੁੱਛਣਾ ਮੈਂ। ਖਰੜ 'ਚ ਖੜੀ ਆ ਤੇ ਟੋਇਆਂ 'ਚ ਖੜੀ ਆ। ਹੁਣ ਜਦੋਂ ਖਰੜ ਆਈਦਾ ਤੇ ਇਦਾਂ ਪਤਾ ਨਹੀਂ ਲੱਗਦਾ ਕਿ ਟੋਇਆਂ 'ਚ ਖਰੜ ਹੈ ਕਿ ਖਰੜ 'ਚ ਟੋਇਆ, ਕਿਉਂਕਿ ਇਹ ਜਿਹੜੀਆਂ ਤੁਸੀਂ ਨਾਲ ਇਹ ਬਿਲਡਿੰਗਸ ਦੇਖ ਰਹੇ ਹੋ, ਇਹ ਸਾਰੀਆਂ ਜ਼ਮੀਨਾਂ ਤੁਸੀਂ ਦੇਖਣੀਆਂ ਹੈਗੀਆਂ। ਤੇ ਹੁਣ ਜੇ ਅਸੀਂ ਬਾਕੀ ਮਾਲਵੇ ਦੇ ਬਾਕੀ ਖੇਤਰਾਂ ਦੀ ਗੱਲ ਕਰੀਏ, ਤੁਹਾਨੂੰ ਪਤਾ ਹੈ ਕਿ 10 ਲੱਖ 15 ਲੱਖ ਤੱਕ ਵੀ ਕਿੱਲਾ ਜਿਹੜਾ ਹੈ ਰੇਟ ਡਾਊਨ ਹੋ ਗਿਆ, ਪਰ ਇੱਥੇ ਰੇਟ ਜਿਹੜੇ ਨੇ ਉਹ ਵੱਧਦੇ ਨੇ। ਸੋ ਇਹ ਡੀਲਰਾਂ ਦੀ ਧਰਤੀ ਹੈਗੀ ਆ। ਇਹ ਧਰਤੀ ਜਿਹੜੀ ਹੈਗੀ ਆ, ਇਹ ਉਹ ਧਰਤੀ ਆ ਜਿੱਥੇ ਇੰਨੇ ਤੁਹਾਨੂੰ ਰੀਅਲ ਏਸਟੇਟ ਵਾਲੇ ਬਿਲਡਰ ਡੀਲਰ ਇੰਨੇ ਕੁ ਜ਼ਿਆਦਾ ਮਿਲ ਜਾਣਗੇ ਤੁਸੀਂ ਸੋਚ ਨਹੀਂ ਸਕਦੇ ਹੈਗੇ। ਪਰ ਟੋਏ ਤੇ ਸੜਕਾਂ ਦੀ ਇਹ ਹਾਲਾਤ ਜਿਹੜੇ ਨੇ ਇਹ ਵੀ ਤੁਹਾਨੂੰ ਖਰੜ 'ਚ ਮਿਲਣੇ ਹੈਗੇ ਆ। ਇੱਥੇ ਗੱਡੀ ਜਿਹੜੀ ਮਰਜ਼ੀ ਗੱਡੀ ਹੋਏ ਉਹਨੇ ਰੁਕ ਕੇ ਹੀ ਲੰਘਣਾ ਹੈਗਾ, ਕਿਉਂਕਿ ਜੇ ਰੁਕ ਕੇ ਨਹੀਂ ਲੰਘੇਗੀ ਤਾਂ ਫਿਰ ਇੱਥੇ ਹਾਦਸੇ ਜਿਹੜੇ ਨੇ ਉਹ ਵੱਡੇ ਹੋ ਜਾਣਗੇ। ਇੱਥੇ ਆ ਕੇ ਗੱਡੀਆਂ ਦੀ ਰਫ਼ਤਾਰ ਜਿਹੜੀ ਆ ਉਹ ਰੁਕ ਜਾਂਦੀ ਹੈ। ਇੱਥੇ ਤੁਹਾਡਾ ਓਵਰ ਸਪੀਡ ਦਾ ਚਲਾਨ ਵੀ ਨਹੀਂ ਹੋ ਸਕਦਾ, ਕਿਉਂਕਿ ਇੱਥੇ ਤੁਸੀਂ ਓਵਰ ਸਪੀਡ ਜਿਹੜੀ ਆ ਉਹ ਕਰ ਹੀ ਨਹੀਂ ਸਕਦੇ ਹੈਗੇ। ਤੇ ਨਾਲ ਦੇ ਨਾਲ ਕੂੜੇ ਦੇ ਢੇਰ ਹੋਣ ਤੇ ਘਰਾਂ ਦੇ ਬਿਲਕੁਲ ਨਾਲ ਹੋਣ, ਯਾਨੀ ਬਿਮਾਰੀਆਂ ਨੂੰ ਸੱਦਾ ਜਿਹੜਾ ਹੈ ਉਹ ਐਵੇਂ ਹੀ ਨਹੀਂ ਦਿੱਤਾ ਹੋਇਆ, ਬਿਮਾਰੀਆਂ ਨੂੰ ਸੱਦਾ ਆਪ ਦਿੱਤਾ ਹੋਇਆ। ਜਿਵੇਂ ਜਿਵੇਂ ਕੋਲ ਜਾਂਦੇ ਹੋ ਬਦਬੂ ਜਿਹੜੀ ਹੈ ਉਹ ਵੱਧਦੀ ਜਾਂਦੀ ਹੈਗੀ ਆ, ਬਦਬੂ ਵੱਧਦੀ ਜਾਂਦੀ ਹੈ ਜਿਵੇਂ ਜਿਵੇਂ ਨਾਲ ਜਾਂਦੇ ਹੈਗੇ ਹੋ। ਤੇ ਇਹ ਕੂੜੇ ਦਾ ਢੇਰ ਜਿਹੜਾ ਹੈ ਇਹ ਬਿਮਾਰੀਆਂ ਦੇ ਰਿਹਾ ਹੈਗਾ। ਨਾਲ ਇੱਧਰ ਦੀ ਸਾਈਡ ਤੇ ਪਿੰਡ ਵੀ ਲੱਗਦੇ ਹੈਗੇ ਨੇ, ਹਲਾਲਪੁਰ ਪਿੰਡ ਹੈਗਾ ਨਾਲ ਲੱਗਦਾ ਹੈਗਾ। ਵੱਡੇ ਵੱਡੇ ਘਰ ਲੋਕਾਂ ਦੇ ਬਣੇ ਹੋਏ ਨੇ, ਪਰ ਮੂਲ ਸਹੂਲਤਾਂ ਜਿਹੜੀਆਂ ਨੇ ਉਸ ਤੋਂ ਵਾਂਝੇ ਹੈਗੇ ਆ। ਯਾਨੀ ਕਿ ਪ੍ਰਾਪਰਟੀ ਤੇ ਪੈਸਾ ਖਰਚ ਲਿਆ, ਪਰ ਇਹ ਜਿਹੜੀਆਂ ਸਹੂਲਤਾਂ ਨੇ ਇਹ ਉਹਨਾਂ ਨੂੰ ਨਹੀਂ ਮਿਲ ਸਕੀਆਂ ਹੈਗੀਆਂ। ਸੋ ਅਜਿਹੇ ਵਿੱਚ ਹਾਦਸਿਆਂ ਦੀ ਧਰਤੀ ਵੀ ਇਸ ਨੂੰ ਕਿਹਾ ਜਾਂਦਾ ਹੈਗਾ। ਬੜੇ ਸਾਰੇ ਲੋਕ ਜਿਹੜੇ ਨੇ ਉਹ ਡਿੱਗ ਜਾਂਦੇ ਨੇ, ਟੱਟ ਜਾਂਦੇ ਨੇ। ਇੱਥੇ ਹੀ ਉਹਨਾਂ ਦਾ ਕਹਿੰਦੇ ਆ ਕਿ ਬਈ ਹਸਪਤਾਲ ਤੱਕ ਉਹਨਾਂ ਨੂੰ ਪਹੁੰਚਣਾ ਪੈ ਜਾਂਦਾ ਹੈਗਾ। ਸੋ ਇਹ ਟੋਇਆਂ ਵਾਲੀ ਜਿਹੜੀ ਧਰਤੀ ਹੈਗੀ ਆ, ਖਰੜ ਦੀ ਧਰਤੀ, ਇਹ ਪਤਾ ਨਹੀਂ ਕਦੋਂ ਇਸ ਦੀ ਕਿਸਮਤ ਵਿੱਚ ਸਵਰਨਾ ਲਿਖਿਆ ਹੋਇਆ। ਪਰ ਹੁਣ ਇਲੈਕਸ਼ਨ ਟਾਈਮ ਸੀ, ਲੱਗਿਆ ਸੀ ਕਿ ਸੀਐਮ ਸਿਟੀ ਹੈ, ਕੁਛ ਤਾਂ ਬਣੂਗਾ। ਨਹੀਂ ਹੈਗਾ ਕੁੜੀਆਂ ਦਾ ਆਪਣਾ ਸਰਕਾਰੀ ਕਾਲਜ, ਚਲੋ ਇਸ ਤੇ ਵੀ ਮੰਗ ਜਿਹੜੀ ਆ ਉੱਠੇਗੀ। ਪਰ ਜਿਹੜੀਆਂ ਇਹ ਰੋਜ਼ਮर्रा ਦੀਆਂ ਚੀਜ਼ਾਂ ਹੈਗੀਆਂ ਨੇ, ਜਿੱਥੇ ਕਿ ਟੋਇਆਂ ਦੇ ਵਿੱਚ ਤੁਰਨਾ ਔਖਾ, ਗੱਡੀ ਲੰਘਾਉਣੀ ਔਖੀ, ਕੀ ਕੁਝ ਬਣਨਾ ਹੈਗਾ ਇਹ ਪਤਾ ਨਹੀਂ ਹੈਗਾ। ਲੋਕਾਂ ਨਾਲ ਵੀ ਗੱਲ ਕਰਾਂਗੇ, ਉਹ ਕੀ ਕਹਿੰਦੇ ਆ। ਅਮੂਮਨ ਤੁਹਾਡੇ ਹਰ ਕਿਸੇ ਦੇ ਸ਼ਹਿਰ ਦੇ ਵਿੱਚ ਬੱਸ ਸਟੈਂਡ ਜ਼ਰੂਰ ਹੁੰਦਾ ਹੋਣਾ, ਪਰ ਅਸੀਂ ਖਰੜ ਕੌਂਸਟੀਟੂਐਂਸੀ ਦੇ ਵਿੱਚ ਖੜੇ ਹੈਗੇ ਆ ਤੇ ਇੱਥੇ ਬੱਸ ਸਟੈਂਡ ਦੇ ਨਾਂ ਦੇ ਉੱਤੇ ਸਿਰਫ ਇੱਕ ਫੁੱਟਪਾਥ ਜਿਹਾ ਹੈਗਾ ਜਿੱਥੇ ਲੋਕ ਖੜੇ ਹੈਗੇ ਨੇ ਤੇ ਬੱਸਸ ਜਿਹੜੀਆਂ ਨੇ ਉਹ ਆਉਂਦੀਆਂ ਨੇ। ਟ੍ਰੈਫਿਕ ਜਿਹੜੀ ਆ ਉਹ ਜਾਮ ਹੁੰਦੀ ਹੈਗੀ ਹੈ ਇੱਥੇ। ਤੇ ਅੱਜ ਤੱਕ ਖਰੜ ਨੂੰ ਆਪਣਾ ਬੱਸ ਸਟੈਂਡ ਜਿਹੜਾ ਹੈ ਨਹੀਂ ਮਿਲ ਸਕਿਆ। ਬੜੀ ਲੌਂਗ ਡਿਊ ਇਹ ਮੰਗ ਹੈਗੀ ਆ ਤੇ ਅਜੇ ਤੱਕ ਇਸ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ। ਤੁਸੀਂ ਦੇਖੋ ਕਿ ਵਿੱਚ ਵਿਚਾਲੇ ਸੜਕ ਦੇ ਜਿਹੜੀ ਕਿ ਚੱਲਦੀ ਸੜਕ ਹੈ, ਇਹ ਵੀਆਰ ਪੰਜਾਬ ਤੋਂ ਬੱਲੋ ਮਾਜਰਾ ਤੋਂ ਰੋਡ ਆ ਰਹੀ ਹੈ, ਚੰਡੀਗੜ੍ਹ ਤੋਂ ਹੀ ਰੋਡ ਆ ਰਹੀ ਹੈਗੀ ਆ ਤੇ ਇਹ ਸਿੱਧੀ ਜਾਂਦੀ ਹੈ। ਤੇ ਇੱਧਰ ਨੂੰ ਆਉਣ ਵਾਲੇ ਡਾਇਵਰਜਨਸ ਜਿਹੜੇ ਹੈਗੇ ਨੇ, ਉਧਰੋਂ ਵੀ ਇੱਕ ਰੋਡ ਆ ਰਹੀ ਹੈਗੀ ਆ, ਉਧਰੋਂ ਵੀ ਟ੍ਰੈਫਿਕ ਆਉਂਦੀ ਆ, ਸਾਹਮਣੇ ਚੰਡੀਗੜ੍ਹ ਤੋਂ ਵੀ ਟ੍ਰੈਫਿਕ ਆ ਰਹੀ ਹੈਗੀ ਆ। ਸੋ ਇੱਥੇ ਜਾਮ ਦੀ ਸਥਿਤੀ ਬਣ ਜਾਂਦੀ ਹੈ ਤੇ ਕਈ ਵਾਰ ਇੱਥੇ ਹਾਦਸੇ ਵੀ ਹੋ ਜਾਂਦੇ ਨੇ। ਤੇ ਇੱਥੇ
ਖੜੇ ਰਹਿੰਦੇ ਨੇ ਨੌਜਵਾਨ ਵੀ, ਬਜ਼ੁਰਗ ਵੀ, ਬੱਚੇ ਵੀ, ਕੁੜੀਆਂ ਵੀ, ਪਰ ਇੱਥੇ ਬੱਸ ਸਟੈਂਡ ਜਿਹੜਾ ਹੈ ਉਹ ਕੋਈ ਵੀ ਨਹੀਂ ਹੈਗਾ। ਵਿੱਚ ਵਿਚਾਲੇ ਬੱਸਾਂ ਜਿਹੜੀਆਂ ਨੇ ਰੋਕ ਦਿੱਤੀਆਂ ਜਾਂਦੀਆਂ ਨੇ ਤੇ ਬੱਸਾਂ ਰੋਕਣ ਵਾਲਿਆਂ ਤੇ ਅਸੀਂ ਕੋਈ ਇਲਜ਼ਾਮ ਨਹੀਂ ਲਾ ਰਹੇ, ਉਹਨਾਂ ਨੇ ਵੀ ਕਿਤੇ ਬੱਸਾਂ ਰੋਕਣੀਆਂ, ਲੋਕਾਂ ਨੇ ਵੀ ਜਾਣਾ ਹੈਗਾ। ਸੋ ਬੱਸ ਸਟੈਂਡ ਜੇ ਹੈ ਹੀ ਨਹੀਂ ਤਾਂ ਫਿਰ ਕਿੱਦਾਂ ਲੋਕ ਜਿਹੜੇ ਨੇ ਉਹ ਕਿਸੇ ਸੇਫ ਜਗ੍ਹਾ ਤੇ ਖੜੇ ਰਹਿ ਸਕਦੇ ਹੈਗੇ ਨੇ। ਕਿਸੇ ਵੀ ਰਾਜ ਦੀ ਜੇ ਤੁਸੀਂ ਟੂਰਿਜ਼ਮ ਚੈੱਕ ਕਰਨੀ ਹੋਵੇ, ਸਿਵਿਕ ਸੈਂਸ ਚੈੱਕ ਕਰਨੀ ਹੋਵੇ ਤੇ ਅਸੀਂ ਸੜਕਾਂ ਤੋਂ ਕਰਦੇ ਹੈਗੇ ਆ, ਸੜਕਾਂ ਤੇ ਅਸੀਂ ਦਿਖਾਵਾਂਗੇ, ਪਰ ਅੱਜ ਤੱਕ ਬੱਸ ਸਟੈਂਡ ਜਿਹੜਾ ਹੈ ਉਹ ਨਹੀਂ ਬਣਿਆ ਹੈਗਾ। ਸੋ ਲੋਕ ਨੇ ਸਾਡੇ ਨਾਲ ਇੱਥੇ। ਭਾਜੀ, ਅੱਜ ਤੱਕ ਖਰੜ ਕੋਲ ਆਪਣਾ ਬੱਸ ਸਟੈਂਡ ਨਹੀਂ ਹੈ। ਨਹੀਂ ਬੱਸ ਸਟੈਂਡ ਉੱਧਰ ਪਿੱਛੇ ਨਹੀਂ ਪੱਥਰ ਰੱਖਿਆ, ਬਣਾਉਂਦਾ ਕੋਈ ਆਏ ਨਹੀਂ। ਬਣਾਉਂਦਾ ਕਿੰਨਾ ਵਕਤ ਹੋ ਗਿਆ ਨਹੀਂ ਪਤਾ? ਹੋ ਗਏ 2 ਮਹੀਨੇ। 2 ਮਹੀਨੇ ਹੋ ਗਏ ਤੇ ਹੁਣ ਤੇ ਚਲੋ ਕੀ ਲੱਗਦਾ ਹੈਗਾ ਕਿ ਹੁਣ ਜਦੋਂ ਇਹ ਸਾਰਾ ਕੁਝ ਖਤਮ ਹੋ ਜਾਏਗਾ, ਚੋਣਾਂ ਖਤਮ ਹੋ ਜਾਣਗੀਆਂ ਤੇ ਫਿਰ ਬੱਸ ਸਟੈਂਡ ਬਣ ਜਾਊਗਾ ਛੇਤੀ? ਸਾਨੂੰ ਤਾਂ ਕੋਈ ਉਮੀਦ ਨਹੀਂ ਬਣਨੇ ਦੀ। ਦਿੱਕਤ ਆਉਂਦੀ ਹੈ, ਬੱਸ ਸਟੈਂਡ ਤਾਂ ਹੈ ਨਹੀਂ ਇੱਥੇ ਜੀ। ਹੁਣ ਸਾਰੀਆਂ ਗੱਡੀਆਂ ਜਾਮ ਲੱਗ ਜਾਂਦਾ ਇੱਥੇ। ਜਾਮ ਲੱਗ ਜਾਂਦਾ। ਹਾਂਜੀ, ਦਿੱਕਤ ਆਉਂਦੀ ਉਹ ਗੱਡੀਆਂ ਖੜੀਆਂ ਨੇ, ਜਾਮ ਲੱਗਿਆ। ਹੁਣ ਪੁਲਿਸ ਵਾਲੇ ਚਲਾਨ ਕੱਢ ਦਿੰਦੇ ਨੇ। ਅੱਛਾ, ਪੁਲਿਸ ਵਾਲੇ ਵੀ ਚਲਾਨ ਕੱਢਦੇ? ਹਾਂਜੀ ਕੱਲ੍ਹ ਰੋਕ ਲਈ ਦੀ ਗੱਡੀ ਸਾਡੀ। ਅੱਛਾ, ਠੀਕ ਆ। ਸੋ ਬੱਸ ਸਟੈਂਡ ਨਹੀਂ ਹੈ, ਦਿੱਕਤਾਂ ਜਿਹੜੀਆਂ ਨੇ ਉਹ ਆਉਂਦੀਆਂ ਹੈਗੀਆਂ। ਕੁਝ ਲੜਕੀਆਂ ਵੀ ਤੁਹਾਨੂੰ ਇੱਥੇ ਖੜੀਆਂ ਨਜ਼ਰ ਆਉਣਗੀਆਂ। ਸੇਫਟੀ ਪੱਖੋਂ ਦੇਖੀਏ ਤਾਂ ਖਰੜ ਜਿਹੜਾ ਹੈ ਉਹ ਹੇਠਾਂ ਵਾਲੀ ਸਾਈਡ ਤੇ ਉਹਦਾ ਗ੍ਰਾਫ ਜਾਂਦਾ ਹੈਗਾ। ਕਿਸ ਤਰ੍ਹਾਂ ਦੇ ਨਾਲ ਕਿੰਨੀ ਦੇਰ ਇੱਥੇ ਵੇਟ ਕਰਨੀ ਪੈਂਦੀ ਹੈ, ਕਿਉਂਕਿ ਪੰਜਾਬ ਦੀਆਂ ਬੱਸਾਂ ਦੇ ਜਿਹੜੇ ਵਕਤ ਨੇ ਉਹ ਨਿਰਧਾਰਿਤ ਨਹੀਂ ਹੈਗੇ। ਵਕਤ ਨਿਰਧਾਰਿਤ ਹੈਗੇ ਨੇ ਪਰ ਬੱਸਾਂ ਉਸ ਵਕਤ ਤੇ ਪਹੁੰਚਦੀਆਂ ਨਹੀਂ। ਸੋ ਬਹੁਤ ਸਾਰੇ ਲੋਕ ਇੱਥੇ ਅਜਿਹੇ ਹੈਗੇ ਨੇ ਜਿਹੜੀਆਂ ਕਿ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੈਗੇ ਨੇ। ਕੋਸ਼ਿਸ਼ ਕਰਦੇ ਆ ਜੇ ਗੱਲ ਕਰਦੇ ਆ, ਕੁਝ ਲੇਡੀਜ਼ ਨਾਲ ਗੱਲ ਕਰਦੇ ਆ। ਭੈਣ ਜੀ, ਤੁਸੀਂ ਕਿੱਥੋਂ? ਅਸੀਂ ਲੁਧਿਆਣੇ ਤੋਂ ਆਏ ਸੀ। ਲੁਧਿਆਣੇ ਤੋਂ ਆਏ ਹੋ। ਤੁਸੀਂ ਦੇਖਿਆ ਖਰੜ ਕੋਲ ਆਪਣਾ ਬੱਸ ਸਟੈਂਡ ਹੀ ਨਹੀਂ ਹੈਗਾ, ਇੱਥੇ ਖੜੇ ਰਹਿਣਾ ਪੈਂਦਾ। ਹਾਂਜੀ ਹਾਂਜੀ, ਦਿੱਕਤ ਆਉਂਦੀ ਆ? ਬਹੁਤ ਦਿੱਕਤ ਆਉਂਦੀ ਜੀ। ਹਾਂਜੀ, ਬੱਸਾਂ ਨਹੀਂ ਮਿਲਦੀਆਂ ਟਾਈਮ ਸਿਰ ਜੇ ਕਿਤੇ ਜਾਣਾ ਹੋਏ ਤੇ। ਬਸ ਟਾਈਮ ਤੇ ਆਉਂਦੀਆਂ ਵੀ ਨਹੀਂ। ਨਹੀਂ ਜੀ। ਤੁਸੀਂ ਕਿੱਥੋਂ ਹੋ ਜੀ? ਅੰਮ੍ਰਿਤਸਰ ਤੋਂ ਮੈਮ। ਤੁਸੀਂ ਖਰੜ ਕੀ ਕਰਨ ਆਏ ਹੋ? ਜੌਬ ਕਰਦੀ ਮੈਂ। ਤੁਸੀਂ ਦੇਖਿਆ ਕਿ ਖਰੜ 'ਚ ਕੋਈ ਬੱਸ ਸਟੈਂਡ ਨਹੀਂ ਹੈਗਾ ਆਪਣਾ, ਤੇ ਕਿੰਨੀ ਦਿੱਕਤ ਆਉਂਦੀ ਹੈ ਜਦੋਂ ਆਪਣੇ ਘਰੇ ਵਾਪਸ ਜਾਣਾ? ਬਿਲਕੁਲ ਮੈਮ, ਬਹੁਤ ਦਿੱਕਤ ਆਉਂਦੀ ਹੈ। ਦਿੱਕਤ ਆਉਂਦੀ ਹੈ? ਹਾਂਜੀ, ਬਹੁਤ। ਸੋ ਬੱਸਿਸ ਦੀ ਵੇਟ ਕਰ ਰਹੇ ਨੇ ਲੋਕ। ਦਿੱਕਤ ਜਿਹੜੀ ਹੈ ਉਹ ਆਉਂਦੀ ਹੈਗੀ ਆ। ਲੋਕ ਜਿਹੜੇ ਨੇ, ਹਾਂਜੀ, ਇਹ ਬੱਸ ਸਟੈਂਡ ਵਿੱਚ ਕਈ ਵਾਰੀ ਉਦਘਾਟਨ ਹੋਲੇ ਜੀ, ਇੱਥੇ ਬਹੁਤ ਪ੍ਰੋਬਲਮ ਆ। ਤਾਂ ਕੋਈ ਸ਼ੈੱਡ ਹੈ ਨਾ, ਲੋਕਾਂ ਦੇ ਖੜਨ ਵਾਸਤੇ ਜਗ੍ਹਾ ਹੈ ਨਾ, ਬੈਠਣ ਵਾਸਤੇ। ਇੱਕ ਪਾਸੇ ਧੁੱਪ ਵਿੱਚ ਧੁੱਪ ਬਰਸਾਤ ਦੇ ਦਿਨਾਂ 'ਚ ਲੋਕਾਂ ਦਾ ਬਹੁਤ ਬੁਰਾ ਹਾਲ ਆ। ਇਹਦਾ ਕਈ ਵਾਰੀ ਉਦਘਾਟਨ ਹੋ ਲਿਆ, ਕੋਈ ਮੰਤਰੀ ਨੂੰ ਚੰਗਾ ਨਹੀਂ ਮਿਲਿਆ ਜੇ ਇਸ ਬੱਸ ਸਟੈਂਡ ਨੂੰ। ਪਿੱਛੇ ਰਾਜਾ ਵੜਿੰਗ ਨੇ ਉਦਘਾਟਨ ਕਰਕੇ ਚਲਾ ਗਿਆ, ਨਾ ਕੋਈ ਮਟੀਰੀਅਲ ਸਿੱਟਿਆ, ਨਾ ਕੋਈ ਕਾਰੀਗਰ ਲਿਆਂਦਾ। ਉਦਘਾਟਨ ਕਰਕੇ 4 ਇੰਟਾਂ ਰੱਖ ਕੇ ਚਲਾ ਜਾਂਦਾ ਮਿਨਿਸਟਰ। ਕੋਈ ਚੀਜ਼ ਇੱਥੇ ਨਾ ਮਾਤਰ ਆ, ਕੋਈ ਚੀਜ਼ ਨਹੀਂ ਹੈ। ਸੜਕਾਂ ਤੇ ਦੁਨੀਆ ਰੋਲਦੀ ਆ, ਆਮ ਬਜ਼ੁਰਗ ਲੋਕ ਭੱਜ ਕੇ ਚੜ੍ਹਦੇ ਆ। ਕੁਛ ਤਾਂ ਨਿਆਣੇ ਹੁੰਦੇ ਆ, ਟੈਚੀ ਕੇਸ ਹੁੰਦਾ, ਬੁਰਾ ਹਾਲ ਹੁੰਦਾ ਲੋਕਾਂ ਦਾ। ਮੀਂਹ ਹੋਵੇ, ਧੁੱਪ ਹੋਵੇ, ਛਾਂ ਹੋਵੇ, ਲੋਕਾਂ ਦਾ ਬਹੁਤ ਬੁਰਾ ਹਾਲ ਆ। ਚੜ੍ਹਦੇ ਤੱਕ ਪਾਣੀ ਦਾ ਇੱਥੇ ਨਾ ਮਾਤਰ ਆ। ਡਾਕਟਰ ਵੀ ਕਹਿੰਦਾ ਘੜੀ ਹੱਥ ਧੋਈਏ ਕਿੱਥੇ, ਪੀਣ ਨੂੰ ਤਾਂ ਇੱਥੇ ਪਾਣੀ ਨਹੀਂ ਮਿਲਦਾ। ਕੋਈ ਜਗ੍ਹਾ ਨਹੀਂ ਖੜ੍ਹਨ ਨੂੰ ਹੈਗੀ, ਕੋਈ ਨਾ, ਬੁਰਾ ਹਾਲ ਹੈ ਅੱਡੇ ਦਾ। ਨਾ ਕੋਈ ਇਹਦਾ ਸਟੈਂਡ ਲੈਂਦਾ। ਮੁੱਖ ਮੰਤਰੀ ਚੰਨੀ ਸਾਹਿਬ ਦੀ ਵੀ ਲਾ ਕੋਠੀ ਹੈ, ਜਿਹਨੇ ਕੋਈ ਸਟੈਂਡ ਹੀ ਲੱਤਾ ਇੱਥੇ ਹੈਗਾ। ਹੋਰ ਸਰਕਾਰਾਂ ਚਲੀਆਂ ਗਈਆਂ, ਕਾਂਗਰਸ ਸਰਕਾਰ ਵਾਲੀ, ਅਕਾਲੀ ਵਾਲੇ, ਕਿਸੇ ਨੇ ਥਾ ਕਿ ਸਾਰੇ ਮਿਨਿਸਟਰ ਇੱਥੋਂ ਲੰਘਦੇ ਆ, ਸਾਰਿਆਂ ਦੇ ਘਰ ਇੱਥੇ ਲੰਘਦੇ ਆ, ਤੂੰ ਕਰਦੇ ਆ, ਹੋਰ ਬਥੇਰੇ ਮਾਰਦੇ ਆ ਕੱਢ ਕੇ। ਲੋਕੋ ਪਾਸੇ ਹੋ ਜਾਓ, ਲੋਕੋ ਪਾਸੇ ਹੋ ਜਾਓ, ਲੇਕਿਨ ਇਹ ਨਹੀਂ ਦੇਖਦੇ ਲੋਕ ਕਿੱਥੇ ਖੜੇ ਆ। ਲੋਕਾਂ ਦਾ ਬੁਰਾ ਹਾਲ ਆ। ਲੋਕ ਜਾਨੀਆਂ ਵਿਚਾਰੀਆਂ, ਬਜ਼ੁਰਗ ਤਾਂ ਮਾਮਾ ਭੈਣਾਂ, ਮੀਂਹ ਪੈਂਦਾ ਤੇ ਧੁੱਪ ਛਾਂ, ਕੋਈ ਸਾਈਡ ਨਹੀਂ, ਕੋਈ ਜਗ੍ਹਾ ਨਹੀਂ ਹੈਗਾ। ਅੱਜ ਦੇ ਕਹਿੰਦੇ ਇਸ ਬੱਸ ਸਟੈਂਡ ਦਾ ਰੱਬ ਰੱਖਾ ਹੈ। ਕੋਈ ਮਿਨਿਸਟਰ ਕੋਈ ਸਟੈਂਡ ਨਹੀਂ ਲੈ ਰਿਹਾ ਹੈਗਾ, ਕੋਈ ਸਰਕਾਰਾਂ ਸਟੈਂਡ ਲੈ ਲਿਆ। ਕੋਈ ਪਾਣੀ ਧੁੱਪ ਗਰਮੀਆਂ ਵਿੱਚ ਡੇਢ ਹਾੜ ਦੇ ਮੇਰੇ ਧੁੱਪ ਦਾ ਤੇਰਾ ਪਾਣੀ ਦਾ ਬੁਰਾ ਹਾਲ ਆ। ਕੋਈ ਬਾਥਰੂਮ ਦਾ ਦੇਖੋ ਕੀ ਹਾਲ ਆ। ਉਹ ਉਦਘਾਟਨ ਕਰਕੇ ਮਿਨਿਸਟਰ ਚਲਾ ਗਿਆ ਅਗਰ ਰਾਜਪੁਰੇ ਸਾਈਡ ਨੂੰ। ਆਹ ਦੇਖੋ ਗੰਦਗੀ ਕਿੰਨੀ ਆ ਉੱਥੇ, ਲੱਖਾਂ ਰੁਪਏ ਦਾ ਬਿੱਲ ਬਣਾ ਕੇ ਚਲਾ ਗਏ। ਉਹ ਬਿੱਲ ਦੱਸੋ ਕਿੱਥੇ ਗਿਆ? ਉਹ ਬਿੱਲ ਕਿੱਥੇ, ਕਿਹੜੇ ਖਾਤੇ 'ਚ ਪਾਇਆ? ਟੁੱਟਿਆ ਪਿਆ, ਮੁਸਕ ਮਾਰਦਾ ਲੋਕਾਂ ਨੂੰ ਬੁਰਾ ਹਾਲ। ਇੱਕ ਪਾਸੇ ਤੂੰ ਕਹਿੰਦੇ ਸਫਾਈ ਰੱਖੋ, ਇੱਕ ਪਾਸੇ ਦੇਖੋ
ਸਫਾਈ ਉਹੀ ਗੱਲ ਹੈ ਕਿ ਬਾਥਰੂਮ ਦਾ ਵੀ ਬੁਰਾ ਹਾਲ ਹੈਗਾ। ਹੋਰ ਵੀ ਲੋਕ ਇੱਥੇ ਮੌਜੂਦ ਹੈਗੇ ਨੇ ਭਾਜੀ। ਖਰੜ ਕੋਲ ਬੱਸ ਸਟੈਂਡ ਨਹੀਂ ਹੈਗਾ, ਜਿਹੜਾ ਨਾਲ ਕੋਈ ਬਾਥਰੂਮ ਵਗੈਰਾ ਵੀ ਬਣਿਆ ਹੋਇਆ, ਗੰਦਗੀ ਜਿਹੜੀ ਆ ਉਸ 'ਚ ਵੀ ਬਥੇਰੀ ਹੈ। ਬਹੁਤ ਜ਼ਿਆਦਾ ਗੰਦਗੀ ਹੈ ਜੀ। ਉਹ ਵੀ ਜਿੰਦਾ ਲਾ ਕੇ ਰੱਖਦੇ ਆ ਪੈਟਰੋਲ ਪੰਪ ਵਾਲਿਆਂ ਦਾ ਆਪਣਾ। ਉਹ ਕਹਿੰਦੇ ਸਾਡੀ ਪ੍ਰਾਈਵੇਟ ਪ੍ਰਾਪਰਟੀ ਆ, ਵੀ ਇੱਥੇ ਅਸੀਂ ਕਿਸੇ ਨੂੰ ਵਾਸ਼ਰੂਮ ਨਹੀਂ ਕਰਨ ਦੇਣਾ। ਮਤਲਬ ਵਾਸ਼ਰੂਮ ਜਾਣ ਦੀ ਵੀ ਜਗ੍ਹਾ ਨਹੀਂ ਹੈਗੀ ਤੇ ਹੱਥ ਧੋਣਾ ਤੇ ਦੂਰ ਦੀ ਗੱਲ ਆ। ਬਹੁਤ ਦੂਰ ਦੀ ਗੱਲ ਹੈ ਜੀ। ਹੱਥ ਧੋਣ ਨੂੰ ਪਾਣੀ ਨਹੀਂ ਆ ਰਿਹਾ ਜੀ ਉਰੇ। ਦੁਕਾਨਾਂ 'ਚ ਜਾ ਕੇ ਪਾਣੀ ਪੀਣਾ ਪੈਂਦਾ ਕਿਸੇ ਨੂੰ ਵੀ, ਜੇ ਪੀਣਾ ਹੁੰਦਾ। ਮੰਤਰੀ ਲੰਘਦੇ ਨੇ, ਹੁਣ ਤੁਸੀਂ ਆਪ ਸੋਚੋ ਵੀ ਇੱਥੇ ਬੱਸ ਖੜ ਗਈ ਮਗਰ ਜਾਮ ਲੱਗ ਜਾਣਾ। ਜਾਮ ਲੱਗ ਗਿਆ, ਕੋਈ ਐਂਬੂਲੈਂਸ ਫਸ ਗਈ, ਉਹਨਾਂ ਦੀ ਜਾਨ ਦਾ ਕੌਣ ਰੱਖਾ? ਸਰਕਾਰਾਂ ਨੇ। ਨਹੀਂ, ਮੈਂ ਸਰਕਾਰਾਂ ਨੂੰ 0 ਨੰਬਰ ਦਿੰਦਾ ਇਸ ਟਾਈਮ। ਸੋ ਇੱਥੇ ਪਰੇਸ਼ਾਨੀ ਜਿਹੜੀ ਹੈ ਉਹ ਬਹੁਤ ਵੱਡੀ ਹੈਗੀ ਹੈ। ਲੋਕ ਜਿਹੜੇ ਨੇ ਉਹ ਇੱਥੇ ਖੜੇ ਨੇ ਤੇ ਸਾਰੇ ਦੇ ਸਾਰੇ ਇੱਥੇ ਦਿੱਕਤ ਵਿੱਚ ਨੇ, ਸਾਰੇ ਦੇ ਸਾਰੇ ਇੱਥੇ ਪਰੇਸ਼ਾਨੀ ਵਿੱਚ ਨੇ। ਕੋਈ ਵੀ ਇੱਕ ਨਹੀਂ ਹੈ, ਕੋਈ ਵੀ ਇੱਕ ਇਨਸਾਨ ਇੱਥੇ ਨਹੀਂ ਹੈ ਜਿਹੜਾ ਕਿ ਇਹ ਕਹਿ ਦੇ ਕਿ ਖਰੜ ਹੈ ਤੇ ਖਰੜ ਤੋਂ ਅਸੀਂ ਬਹੁਤ ਖੁਸ਼ ਹੈਗੇ ਆ ਕਿ ਆਪ ਮੁਸਕਰਾਈਏ ਕਿ ਆਪ ਖਰੜ में है। ਇਦਾਂ ਦਾ ਇੱਥੇ ਕੁਛ ਨਹੀਂ ਹੈ, ਨਿਲ ਹੈ, ਜ਼ੀਰੋ ਹੈ। ਖਰੜ ਕੋਲ ਆਪਣਾ ਬੱਸ ਸਟੈਂਡ ਨਹੀਂ ਹੈ ਤੇ ਹੋਰ ਬਹੁਤ ਸਾਰੀਆਂ ਗੱਲਾਂ। ਤੁਸੀਂ ਸਾਰਾ ਦਾ ਸਾਰਾ ਜਦੋਂ ਇੱਥੇ ਮਾਹੌਲ ਦੇਖੋਗੇ, ਜਾਮ ਲੱਗਾ ਹੋਇਆ ਦੇਖੋਗੇ, ਬੱਸਾਂ ਦੇ ਪਿੱਛੇ ਬੱਸਾਂ ਜਿਹੜੀਆਂ ਨੇ ਉਹ ਖੜ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਲੋਕ ਜਿਹੜੇ ਨੇ ਉਹ ਉਡੀਕਦੇ ਨੇ। ਕੋਈ ਨਿਰਧਾਰਿਤ ਵਕਤ ਹੋਣ ਦੇ ਬਾਵਜੂਦ ਇੱਥੇ ਬੱਸਾਂ ਜਿਹੜੀਆਂ ਨੇ ਉਹ ਵਕਤ ਰਹਿੰਦਿਆਂ ਆਉਂਦੀਆਂ ਨਹੀਂ। ਸੋ ਦਿੱਕਤ ਜਿਹੜੀ ਹੈ ਉਹ ਇੱਥੇ ਜ਼ਰੂਰ ਹੈਗੀ ਆ। ਇੱਧਰ ਵੀ ਤੁਸੀਂ ਦੇਖੋਗੇ ਕਿ ਆਟੋਜ਼ ਵੀ ਹੁਣ ਇੱਥੇ ਪ੍ਰਚਾਰ ਕਰਨ ਲਈ ਲੱਗੇ ਹੋਏ ਹੈਗੇ ਆ। ਪਿੱਛੇ ਤੁਹਾਨੂੰ ਝੰਡੀਆਂ ਨਜ਼ਰ ਆਉਣਗੀਆਂ। ਸੋ ਇੱਥੇ ਪ੍ਰਚਾਰ ਤੇ ਹੋ ਰਹੇ ਨੇ, ਇੱਥੇ ਜਾਮਸ ਲੱਗ ਰਹੇ ਨੇ। ਹਾਲਾਂਕਿ ਇਲੈਕਸ਼ਨ ਕਮਿਸ਼ਨ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਹਰਕਤ ਜਿਹੜੀ ਹੈ ਨਹੀਂ ਕਰਨੀ ਹੈਗੀ, ਪਰ ਇੱਥੇ ਘੱਟ ਬੰਦਿਆਂ ਦੀ ਏਵਜ਼ ਦੇ ਵਿੱਚ ਜਾਮ ਜਿਹੜੇ ਨੇ ਉਹ ਵੀ ਲੱਗ ਰਹੇ ਹੈਗੇ ਆ। ਸੋ ਇਹ ਹੁਣ ਦੀ ਗੱਲ ਨਹੀਂ ਹੈ। ਜੇ ਹੁਣ ਪਾਰਟੀਆਂ ਪ੍ਰਚਾਰ ਕਰ ਰਹੀਆਂ ਨੇ ਤੇ ਜਦੋਂ ਪਾਰਟੀਆਂ ਪ੍ਰਚਾਰ ਨਹੀਂ ਵੀ ਕਰਦੀਆਂ ਤਾਂ ਵੀ ਇੱਥੇ ਲਾਈਨਾਂ ਲੱਗੀਆਂ ਰਹਿੰਦੀਆਂ ਤੇ ਲੋਕ ਜਿਹੜੇ ਨੇ ਉਹਨਾਂ ਦੀ ਪਰੇਸ਼ਾਨੀ ਦਾ ਲੈਵਲ ਬਹੁਤ ਜ਼ਿਆਦਾ ਪਿਆ। ਅੱਗੇ ਲੈ ਕੇ ਚੱਲਦੇ ਹਾਂ। ਜਦੋਂ ਅਸੀਂ ਹਲਕੇ ਨੂੰ ਕਵਰ ਕਰ ਰਹੇ ਹਾਂ, ਕਨਸਟੀਟੂਐਂਸੀ ਨੂੰ ਕਵਰ ਕਰ ਰਹੇ ਹਾਂ ਤੇ ਉੱਥੋਂ ਦੀਆਂ ਜਿਹੜੀਆਂ ਲੇਡੀਜ਼ ਨੇ ਉਹਨਾਂ ਨਾਲ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ, ਕਿਉਂਕਿ ਇਹਨਾਂ ਨੂੰ ਉਹ ਦਿੱਕਤਾਂ ਆਉਂਦੀਆਂ ਨੇ ਜਿਹੜੀਆਂ ਹੋ ਸਕਦਾ ਹੈ ਕਿ ਰੋਜ਼ਮਰਰਾ ਦੀਆਂ ਦਿੱਕਤਾਂ ਬਾਕੀ ਨਾ ਸਮਝ ਸਕਣ, ਪਰ ਇਹ ਜ਼ਰੂਰ ਸਮਝ ਸਕਦੇ ਆ। ਸਾਡੇ ਨਾਲ ਰੇਖਾ ਮੌਜੂਦ ਹੈਗੇ ਆ। ਰੇਖਾ ਜੀ, ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਜੈਨੂ ਹੈਗੀਆਂ ਤੇ ਛੋਟੀਆਂ ਨੇ, ਲੇਕਿਨ ਇੱਕ ਬਹੁਤ ਵੱਡੇ ਮੁਸੀਬਤ ਦੇ ਰੂਪ ਚ ਸਾਡੇ ਸਾਹਮਣੇ ਰੋਜ਼ਮਰਰਾ ਦੇ ਜੀਵਨ ਚ ਆਉਂਦੀਆਂ। ਠੀਕ ਹੈ, ਸਭ ਤੋਂ ਵੱਡੀ ਤਾਂ ਗੱਲ ਹੈ ਕਿ ਲਾਈਟ ਦੀ ਬਿਨਾਂ ਦੱਸੇ, ਬਿਨਾਂ ਕਿਸੇ ਨੋਟੀਫਿਕੇਸ਼ਨ ਤੋਂ, ਬਿਨਾਂ ਕਿਸੇ ਜਾਣਕਾਰੀ ਤੋਂ 10-10 12-12 ਘੰਟੇ ਲਾਈਟ ਨਹੀਂ ਆਉਂਦੀ। ਉਹ 12 ਘੰਟੇ ਅੱਜ ਦੀ ਡੇਟ 'ਚ ਲਾਈਟ ਇੱਕ ਬਹੁਤ ਜ਼ਰੂਰੀ ਚੀਜ਼ ਹੈ। ਜਦ ਕਿ ਆਨਲਾਈਨ ਕਲਾਸਿਸ ਲੈ ਰਹੇ ਨੇ ਬੱਚੇ, ਉਹਨਾਂ ਵਾਸਤੇ ਵੀ ਜ਼ਰੂਰੀ ਹੈ ਲਾਈਟ। ਅੱਛਾ, ਸਾਡੇ ਪਾਣੀ ਦੀ ਸਮੱਸਿਆ ਜਿਹੜੀ ਹੈਗੀ ਆ ਉਹਦੇ ਨਾਲ ਵੀ ਰਿਲੇਟਡ ਹੈ ਲਾਈਟ। ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਹਾਂ, ਜਦ ਕਿ ਹਨੇਰੇ 'ਚ ਹੀ ਘੁੰਮਦੇ ਹਾਂ। ਸਮਝ ਲਓ 10-12 ਘੰਟੇ ਸੀ, ਕਦੋਂ ਆਊਗੀ ਲਾਈਟ, ਕਦੋਂ ਆਊਗੀ, ਬਸ ਇਸੇ ਪਰੇਸ਼ਾਨੀ 'ਚ। ਤੇ ਕਿੰਨੀ ਵਾਰੀ ਲਾਈਟ ਜਾਂਦੀ ਹੈ ਤੇ ਕਦੋਂ, ਕੀ ਹਿਸਾਬ ਹੈ, ਕੁਝ ਸਮਝ ਆਉਂਦਾ? ਅਣਗਿਣਤ ਵਾਰ, ਜਦ ਪਤਾ ਹੀ ਨਹੀਂ ਸਾਨੂੰ ਕਿੰਨੀ ਵਾਰ ਜਾਏਗੀ, ਕਦੋਂ, ਯਾਨੀ ਬੈਠੇ ਚਲੀ ਜਾਂਦੀ ਹੈ। ਸਾਡੇ ਕੋਲ ਉਹਨੂੰ ਫੇਸ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੁੰਦਾ, ਜਾਂ ਫਿਰ ਫੋਨ ਘੁਮਾਉਣ ਤੋਂ ਇਲਾਵਾ, ਜਿਹੜੀ ਕਿ ਕੋਈ ਨਹੀਂ ਸੁਣਦਾ। ਇਹ ਸਮੱਸਿਆ ਬਹੁਤ ਵੱਡੀ ਹੈ। ਵੂਮਨ ਸੇਫਟੀ ਨੂੰ ਲੈ ਕੇ ਕੀ ਕਹੋਗੇ? ਇੱਥੇ ਕੁੜੀਆਂ ਤੁਹਾਨੂੰ ਲੱਗਦਾ ਸੇਫ ਹੈਗੀਆਂ ਕਿ ਤੁਹਾਡੀਆਂ ਵੀ ਕੁੜੀਆਂ? ਹਾਂਜੀ, ਹੁਣ ਇਹ ਦੂਸਰੀ ਵੱਡੀ ਸਮੱਸਿਆ ਹੈ ਜੀ। ਇੱਥੇ ਕਾਲਜ ਹੈ ਹੀ ਨਹੀਂ ਕੁੜੀਆਂ ਦਾ ਕੋਈ। ਮੇਰੀ ਖੁਦ ਦੀ ਬੇਟੀ 24 ਇਅਰਸ ਦੀ ਹੈ। ਅੱਜ ਦੀ ਡੇਟ 'ਚ ਮੈਂ ਉਹਨੂੰ ਚਾਹਾਂ ਕਿ ਮੈਂ ਸੇਫਟੀ ਨਾਲ ਬਿਨਾਂ ਕਿਸੇ ਚਿੰਤਾ ਤੋਂ ਸਵੇਰੇ ਕੁੜੀ ਨੂੰ ਭੇਜਾਂ, ਸ਼ਾਮ ਨੂੰ ਮੇਰੇ ਘਰ ਆ ਜਾਵੇ, ਉਹ ਹਨੇਰੇ 'ਚ ਹੀ ਹੈ ਗੱਲ। ਕਿਉਂਕਿ ਜਦ ਕੋਈ ਕਾਲਜ ਨਹੀਂ ਹੈ, ਸਾਨੂੰ ਮੁਸੀਬਤ ਹੈਗੀ ਹੈ ਕਿ ਇੱਥੇ ਕੋਈ ਕਾਲਜ ਨਹੀਂ, ਦੂਰ ਭੇਜਣਾ ਪਏਗਾ ਬੇਟੀ ਨੂੰ। ਦੂਰ ਭੇਜਣ ਵਾਸਤੇ ਸੇਫਟੀ ਨਹੀਂ, ਅਸੀਂ ਸ਼ੋਰ ਨਹੀਂ ਹਾਂ ਕਿ ਬੇਟੀ ਸੇਫ ਹੈਗੀ ਹੈ ਸਾਡੀ। ਇਹ ਦੂਸਰੀ ਵੱਡੀ ਸਮੱਸਿਆ ਹੈ। ਕਿਉਂਕਿ ਜਿਹੜਾ ਇਹ ਤੁਹਾਡੇ ਘਰ ਵੱਲ ਨੂੰ ਆਉਣ ਨੂੰ ਜਿਹੜਾ ਰਸਤਾ ਆਉਂਦਾ ਬਾਹਰੋਂ, ਤੇ ਉਹ ਰਸਤੇ ਦੀ ਹਾਲਤ ਵੀ ਬਹੁਤ ਜ਼ਿਆਦਾ ਬੁਰੀ ਹੈ। ਬਹੁਤ ਬੁਰੀ ਹੈ ਜੀ, ਬਹੁਤ ਬੁਰੀ ਹੈ। ਉਹੀ ਤਾਂ ਗੱਲ ਹੈ ਕਿ ਹੁਣ ਮੁਸੀਬਤ ਦਾ ਨਾਮ ਕਹਿੰਦੇ, ਮਜਬੂਰੀ ਦਾ ਨਾਮ ਸ਼ੁਕਰੀਆ ਹੈ ਕਿ ਅਸੀਂ ਆਪਣੇ ਘਰ ਬਣਾ ਲੈਨੇ ਇੱਥੇ। ਨਾ ਤਾਂ ਅਸੀਂ ਕਿਤੇ ਜਾਣ ਜੋਗੇ, ਨਾ ਇਹਨਾਂ ਨੂੰ ਵੇਚਣ ਜੋਗੇ, ਨਾ ਇੱਥੇ ਰਹਿਣ ਜੋਗੇ। ਸਿਰਫ ਇਹਨੂੰ ਫੇਸ ਕਰਨਾ, ਇਨ ਮੁਸੀਬਤਾਂ ਨੂੰ, ਹੋਰ ਸਾਡੇ ਕੋਲ ਕੋਈ ਚਾਰਾ ਨਹੀਂ ਹੈਗਾ। ਹਾਂਜੀ, ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਇੱਕ ਲੇਡੀ ਹੋਣ ਦੇ ਨਾਤੇ ਤੁਸੀਂ ਇੱਥੇ ਖਰੜ 'ਚ ਚੱਲ ਰਹੇ ਹੋ? ਹਾਂਜੀ, ਰਸਤਿਆਂ ਦੀ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਆ, ਕਿਉਂਕਿ ਲਾਈਟ ਪਲਾਜ਼ੋ ਹੋਮ ਦੇ ਸਾਹਮਣੇ ਤਾਂ ਬਿਲਕੁਲ ਹੀ ਖੱਡੇ, ਬਹੁਤ ਜ਼ਿਆਦਾ ਬੜੇ ਖੱਡੇ ਆ। ਗੱਡੀ ਚਲਾਉਣੀ ਬੜੀ ਔਖੀ ਆ, ਆਣਾ ਜਾਣਾ ਬਹੁਤ ਮੁਸ਼ਕਿਲ ਹੁੰਦੀ ਆ। ਤਾਂ ਰਸਤੇ ਕਦੀ ਬੰਦ ਹੀ ਨਹੀਂ ਆ। ਜਿਸ ਦਿਨ ਤੋਂ ਸਨੀ ਇਨਕਲੇਵ ਬਣਿਆ, ਕਦੀ ਰਸਤੇ ਨਹੀਂ ਬਣੇ ਇੱਥੇ। ਤੇ ਜਿਵੇਂ ਰਾਤ ਨੂੰ ਜਿਵੇਂ 2 ਵੀਲਰਸ ਤੇ ਵੀ, ਐਕਟਿਵਾ ਤੇ ਵੀ ਆਉਂਦੀਆਂ ਲੇਡੀਜ਼ ਆਉਂਦੀਆਂ, ਤੇ ਉਹ ਜਿਹੜਾ ਰਸਤਾ ਹੈਗਾ, ਮੈਨੂੰ ਲੱਗਦਾ ਕਿ ਰਾਤੀ ਉੱਥੇ ਸਟਰੀਟ ਲਾਈਟ ਦਾ ਵੀ ਕੋਈ ਪ੍ਰਬੰਧ ਨਹੀਂ ਹੈਗਾ, ਤੇ ਜੇ ਕੋਈ ਆਏਗਾ ਤਾਂ ਸਿੱਧਾ ਟੋਇਆਂ 'ਚ ਵੱਜੇਗਾ ਜਿਹੜਾ ਨਵਾਂ ਬੰਦਾ। ਹਾਂਜੀ, ਸਟਰੀਟ ਲਾਈਟਸ ਨਹੀਂ ਆ, ਗੱਡੀਆਂ ਵੀ ਖਰਾਬ ਹੋ ਜਾਂਦੀਆਂ। ਸਾਡੇ ਵਰਗੇ ਲੇਡੀਜ਼ ਨੂੰ ਤਾਂ ਚਲਾਉਣਾ ਵੀ ਥੋੜਾ ਔਖਾ ਹੁੰਦਾ, ਲੇਕਿਨ ਠਾ ਵੱਜਦੀ ਹੈ ਵਿੱਚ। ਅੱਛਾ, ਲੋਕਾਂ ਨੇ ਇੱਥੇ ਪ੍ਰਾਪਰਟੀ ਤੇ ਬਹੁਤ ਪੈਸੇ ਲਾਏ ਆ, ਬਿਲਡਰਸ, ਰੀਅਲ ਏਸਟੇਟ ਵਾਲੇ, ਪ੍ਰਾਪਰਟੀ ਵਾਲੇ ਇੱਥੇ ਬਹੁਤ ਜ਼ਿਆਦਾ ਹੈਗੇ ਆ। ਲੋਕ ਇੱਥੇ ਘਰ ਲੈ ਵੀ ਰਹੇ ਆ, ਪਰ ਕੀ ਸੋਚ ਕੇ, ਜਦ ਕਿ ਇੱਥੇ ਉਹ ਵਾਲੀਆਂ ਫੈਸਿਲਿਟੀਜ਼ ਹੀ ਨਹੀਂ ਹੈਗੀਆਂ।
ਪਹਿਲਾਂ ਤਾਂ ਬਿਲਡਰਸ ਵਗੈਰਾ ਕਹਿੰਦੇ ਆ ਕਿ ਹਾਂ ਰੋਡਸ ਵਗੈਰਾ ਬਣ ਜਾਣਗੀਆਂ, ਆ ਬਣਨਾ 200 ਫੁੱਟ ਦੀ ਰੋਡ ਆਏ ਆ, ਉਸ ਤੋਂ ਬਾਅਦ ਕੋਈ ਪ੍ਰੋਗਰੈਸ ਨਹੀਂ ਹੈ। ਕਹਿੰਦੇ ਆ ਕਿ ਵੀ ਜੇ ਕੁਝ ਜਾਣਨਾ ਹੋਵੇ ਤੇ ਚਾਹ ਦੀ ਟੱਪੜੀ ਤੇ ਚੱਲ ਜਾਓ ਤੇ ਸਾਰਾ ਕੁਝ ਸਮਝਣ ਨੂੰ ਮਿਲ ਜਾਂਦਾ ਹੈਗਾ। ਸੋ ਤੁਹਾਨੂੰ ਪਤਾ ਹੀ ਹੈ ਖਰੜ ਦੇ ਵਿੱਚ ਖੜੇ ਆ ਤੇ ਖਰੜ ਦੇ ਵਸਨੀਕ ਇੱਥੇ ਹੈਗੇ ਆ। ਖਾ ਕੀ ਰਹੇ ਹੋ ਪਹਿਲਾਂ ਇਹ ਦੱਸੋ? ਬ੍ਰੈਡ ਪਕੌੜੇ ਖਾ ਰਹੇ ਬ੍ਰੈਡ ਪਕੌੜੇ। ਅੱਛਾ, ਬ੍ਰੈਡ ਪਕੌੜਿਆਂ 'ਚ ਲਾਇਆ ਤੇ ਵੈਸੇ ਹੋਰਾਂ ਨੇ ਵੀ ਆ ਕਿ ਪਕੌੜੇ ਤਲੋ ਤੇ ਆਪੇ ਰੋਜ਼ਗਾਰ ਹਾਸਲ ਕਰੋ। ਖੈਰ ਅਸੀਂ ਉਸ ਤੇ ਨਹੀਂ ਜਾਂਦੇ ਹੈਗੇ, ਪਰ ਖਰੜ ਦੀ ਅੱਜ ਦੀ ਸਥਿਤੀ ਦੀ ਗੱਲ ਕਰੀਏ, ਭਾਵੇਂ ਉਹ ਰੋਡ ਹੋਵੇ, ਭਾਵੇਂ ਉਹ ਟ੍ਰੈਫਿਕ ਹੋਵੇ, ਭਾਵੇਂ ਉਹ ਬੱਸ ਸਟੈਂਡ ਦੀ ਗੱਲ ਹੋਵੇ, ਕੀ ਸਮਝਦੇ ਹੋ ਖਰੜ ਕਿੱਥੇ ਆ? ਟ੍ਰੈਫਿਕ ਤੇ ਰੋਡਾਂ ਦੇ ਮਾਮਲੇ 'ਚ ਖਰੜ ਬਹੁਤ ਪਿੱਛੇ ਹੈ ਜੀ। ਟ੍ਰੈਫਿਕ ਪਾਪੂਲੇਸ਼ਨ ਇੱਥੇ ਜ਼ਿਆਦਾ ਹੋਣ ਨਾਲ ਜਿਹੜੇ ਬਾਹਰੋਂ ਲੋਕ ਆ ਕੇ ਉਰੇ ਵਸ ਰਹੇ ਆ, ਉਹਦੇ ਕਰਕੇ ਰੋਡ ਜਿੰਨੇ ਮਰਜ਼ੀ ਵਧੀਆ ਬਣ ਜਾਣ ਪਰ ਟ੍ਰੈਫਿਕ ਦੀ ਮਸਲਾ ਹੱਲ ਨਹੀਂ ਹੋ ਸਕਦਾ। ਪਰ ਜੇ ਅਸੀਂ ਦੇਖਦੇ ਹਾਂ ਕਿ ਬਾਰ-ਬਾਰ ਦੀਆਂ ਰੋਡਸ ਜਿਹੜੀਆਂ ਉਹ ਬਣਾ ਦਿੱਤੀਆਂ ਗਈਆਂ ਪਿਛਲੇ ਕੁਝ ਮਹੀਨਿਆਂ ਦੇ ਅੰਦਰ, ਜਦੋਂ ਇਲੈਕਸ਼ਨ ਵਰਾ ਬਿਲਕੁਲ ਨਾਲ ਹੈਗਾ ਸੀ। ਪਰ ਜੇ ਅਸੀਂ ਅੰਦਰ ਜਾ ਕੇ ਗੱਲ ਕਰੀਏ, ਅਸੀਂ ਥੋੜੇ ਪਿੰਡਾਂ ਵੱਲ ਨੂੰ ਚੱਲ ਜਾਈਏ ਤੇ ਅੰਦਰ ਹਾਲਾਤ ਜਿਹੜੇ ਉਹੀ ਬਣੇ ਹੋਏ ਹੈਗੇ। ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ। ਬਾਹਰ ਦੀ ਰੋਡ ਤਾਂ ਕਾਫੀ, ਜਿਵੇਂ ਹੁਣ ਕਾਫੀ ਰੋਡਸ ਜਿਵੇਂ 에ਅਰਪੋਰਟ ਰੋਡ ਹੈ, ਇਹ ਕ੍ਰਾਸ ਕਰ ਗਈ ਆ ਉੱਧਰ, ਆਪਣਾ ਜੋ ਸੀਸਮਾ ਰੋਡ ਹੈ ਉਹਨੂੰ ਅਟੈਚ ਕਰ ਦਿੱਤੀ ਗਈ ਹੈ। ਹੋਰ ਕਾਫੀ ਰੋਡਸ ਨੇ, ਫਲਾਈਓਵਰ ਵੀ ਬਣ ਗਏ ਨੇ। ਪਰ ਮੈਂ ਜਿਹੜੀ ਗੱਲ ਪਹਿਲਾਂ ਦੱਸੀ ਆ ਵੀ ਜਿਵੇਂ ਬਾਹਰੋਂ ਲੋਕ ਆ ਕੇ ਉਰੇ ਵਸੇ ਨੇ, ਹਿਮਾਚਲ ਦੇ ਬਹੁਤ ਲੋਕ ਇੱਥੇ ਆ ਰਹੇ ਨੇ, ਜੰਮੂ ਕਸ਼ਮੀਰ ਦੇ ਆ ਰਹੇ ਨੇ, ਹੋਰ ਹਰਿਆਣਾ ਤੋਂ ਆ ਰਹੇ ਨੇ, ਉਹਦੇ ਕਰਕੇ ਪਾਪੂਲੇਸ਼ਨ ਬਹੁਤ ਜ਼ਿਆਦਾ ਵੱਧ ਰਹੀ ਹੈ। ਉਹਦੇ ਕਰਕੇ ਫਿਰ ਟ੍ਰੈਫਿਕ ਦੀ ਪ੍ਰੋਬਲਮ ਤਾਂ ਆਉਣੀ ਚਾਹੇ ਰੋਡ ਜਿੰਨੇ ਮਰਜ਼ੀ ਵੱਡੇ ਹੋ ਜਾਣ। ਸ਼ਹਿਰ ਦੇ ਅੰਦਰ ਦਾ ਪ੍ਰੋਬਲਮ ਆਏਗੀ, ਬਾਹਰ ਜਿੰਨੇ ਮਰਜ਼ੀ ਰੋਡ ਵੱਡੇ ਹੋ ਜਾਣ। ਦੇਖੋ ਜੀ, ਜਿਹੜੇ ਬਿਲਡਰਸ ਆ ਹੁਣ ਅਗਰ ਉਹ ਚੀਜ਼ ਮਹਿੰਗੀ ਖਰੀਦਦੇ ਆ ਤਾਂ ਉਹਨਾਂ ਨੇ ਆਪਾਂ ਤੋਂ ਹੀ ਪੈਸਾ ਕੱਢਣਾ। ਉਹ ਜਿਹੜੀ ਪ੍ਰਾਪਰਟੀ ਹੁਣ ਮੰਨ ਲਓ ਉਹਨਾਂ ਨੂੰ ਜੇ ਕਿੱਲਾ 6-7 ਕਰੋੜ ਦਾ ਹੈ, ਲੱਖ ਦਾ ਨਹੀਂ, ਜੇ 6-7 ਕਰੋੜ ਦਾ ਉਹ ਪਰਚੇਜ਼ ਕਰਦੇ ਆ, ਹੁਣ ਉਹਨਾਂ ਨੇ ਆਪਣੀ ਕਾਸਟਿੰਗ ਕੱਢਣੀ ਆ, ਸਾਰਾ ਕੁਝ ਕੱਢਣਾ, ਉਹ ਆਪਣੇ ਤੇ ਹੀ ਪੈਣਾ। ਔਰ ਉਹੀ ਪ੍ਰਾਪਰਟੀ ਜਿਹੜੀ 20-25 ਲੱਖ ਦੀ ਸੀ ਉਹ 30-35 ਦੇ ਅਪਰੋਕਸ ਪਹੁੰਚ ਚੁੱਕੀ ਆ। ਉਹਦਾ ਰੀਜ਼ਨ ਇਹੀ ਹੈ ਵੀ ਹਰ ਚੀਜ਼ ਮਹਿੰਗੀ ਹੋ ਰਹੀ ਆ। ਅਗਰ ਤੁਸੀਂ ਕੰਸਟਰਕਸ਼ਨ ਦੇਖੋ ਵੀ ਜਿਹੜੀ ਕੰਸਟਰਕਸ਼ਨ ਤੁਸੀਂ ਨਾਰਮਲੀ ਅਸੀਂ 1300 ਪਰ ਸਕੁਅਰ ਫੁੱਟ ਚੱਲ ਰਹੀ ਸੀ, ਅੱਜ 1800 ਹੋ ਚੁੱਕੀ ਹੈ। ਕਿਉਂਕਿ ਤੁਸੀਂ ਕਿਸੇ ਚੀਜ਼ ਤੇ ਚਲੇ ਆਓ, ਕੋਈ ਉੱਪਰ ਤੋਂ ਕੋਈ ਚੀਜ਼ ਵਧੀ ਨਹੀਂ ਵਧੀ, ਪਰ ਹਰ ਬੰਦਾ ਹੀ ਕਹਿ ਰਿਹਾ ਜੀ ਕਰੋਨਾ ਅਸੀਂ ਰੇਟ ਵੱਧ ਗਿਆ, ਹਰ ਚੀਜ਼ ਡਬਲ ਦੇ ਰਹੇ ਆ। ਔਰ ਬਲੈਕ ਬਹੁਤ ਚੱਲ ਰਹੀ ਹੈ। ਤੁਸੀਂ ਕੋਈ ਕਾਰ ਲੈਣ ਚਲੇ ਆਓ, ਕਾਰ ਦੇ ਵਿੱਚ ਕਿਉਂ ਗਾ ਜੀ ਪਿੱਛੇ ਤੋਂ ਕਾਰ ਨਹੀਂ ਆ ਰਹੀ, ਬਲੈਕ ਵਿੱਚ ਲੈਣੀ ਲੱਖ ਰੁਪਏ ਦੇ ਦਿਓ ਤੁਹਾਨੂੰ ਬਲੈਕ 'ਚ ਮਿਲ ਜਾਏਗੀ। ਮਤਲਬ ਓਵਰਆਲ ਸਾਰੇ ਬੰਦੇ ਕੀ ਕਰ ਰਹੇ ਆ ਵੀ ਹਰ ਬੰਦਾ ਸੋਚਦਾ ਵੀ ਜਿੱਥੋਂ ਮੇਰਾ ਬਣ ਰਿਹਾ 2 ਪੈਸੇ ਮੈਂ ਬਣਾ ਲਵਾਂ ਆਪਣੇ। ਕਿਸੇ ਨੂੰ ਕਿਸੇ ਦੀ ਫੀਲਿੰਗ ਨਾਲ ਨਹੀਂ ਹੈ। ਇਨਸਾਨੀਅਤ ਖਤਮ ਹੋ ਚੁੱਕੀ ਹੈ ਲੋਕਾਂ ਦੀ। ਕਰੋਨਾ ਕਾਲ 'ਚ ਵੀ ਅਸੀਂ ਦੇਖਿਆ ਵੀ 10 ਰੁਪਏ ਵਾਲੀ ਚੀਜ਼ 20 ਦੀ ਵੇਚੀ ਹੈ ਹਰ ਦੁਕਾਨਦਾਰ ਨੇ। ਉਸ ਦੇ ਵਿੱਚ ਹਾਲਾਂਕਿ ਅਗਰ ਆਪਣੇ ਰੇਟ ਨਾਲ ਪਿੱਛੇ ਤੇ ਰੇਟ ਨਾਲ ਮਿਲ ਰਹੀ ਸੀ, ਪਰ ਉਹ ਕਿਉਂ ਵੇਚ ਰਹੇ ਆ? ਕਿਉਂਕਿ ਲੋਕਾਂ 'ਚ ਖੂਨ ਸਫੇਦ ਹੋ ਚੁੱਕਿਆ ਲੋਕਾਂ ਦੇ। ਉਹ ਗੱਲ ਨਹੀਂ ਰਹੀ ਅੱਗੇ ਹੁੰਦਾ ਤਾਂ ਨਾ ਆਪਣੇ ਹਾਲੇ ਪੰਜਾਬ ਦੇ ਪੰਜਾਬੀ ਲੋਕ ਸਮਝਦੇ ਆ, ਬਟ ਬਹੁਤ ਲੋਕ ਇਹੋ ਜਿਹੇ ਆ ਜਿੱਤੇ ਅਸੀਂ ਦੇਖਿਆ ਵੀ ਕਹਿੰਦੇ ਆ ਵੀ ਉਹ ਸਾਨੂੰ ਮਿਲ ਜਾਵੇ, ਸਾਡਾ ਹੋ ਜਾਵੇ ਯਾਰ, ਦੂਏ ਦਾ ਅਸੀਂ ਕੀ ਲੈਣਾ। ਸਰਕਾਰਾਂ ਦੇ ਲਾਰੇ ਬਾਰੇ ਕੀ ਕਹੋਗੇ? ਇਸ ਵਾਰ ਲੱਗ ਕੀ ਰਿਹਾ ਹੈ? ਕੁਝ ਆ ਰਹੀ ਹੈ ਖੁਸ਼ਬੂ? ਕਿੱਧਰ ਦੇ ਪਾਸੇ ਵੱਲ ਹਵਾ ਹੈ? ਦੇਖੋ ਇਸ ਵਾਰ ਬਹੁਤ ਫਾਸਮਾ ਮੁਕਾਬਲਾ ਹੈ। ਆਪਾਂ ਕਿਸੇ ਨੂੰ ਵੀ ਕਹਿ ਨਹੀਂ ਸਕਦੇ ਇਸ ਵਾਰ ਕਿਹਦੀ ਸਰਕਾਰ ਆਏਗੀ। ਸਭ ਨੇ ਪੂਰਾ ਆਪਣਾ ਜ਼ੋਰ ਲਾਇਆ ਵਾ, ਸਭ ਆਪਣਾ ਕਰ ਰਹੇ ਆ, ਠੀਕ ਹੈ। ਇਹ ਤਾਂ ਹੁਣ ਫਾਈਨਲ ਦਾ ਆਪਾਂ ਨੂੰ ਰਿਜ਼ਲਟ ਦਾ ਹੀ ਮਿਲੇਗਾ, ਕਿਉਂਕਿ ਇਹ ਤਾਂ ਆਉਣ ਵਾਲੀ 20 ਤਰੀਕ ਨੂੰ ਹੀ ਪਤਾ ਲੱਗੇਗਾ। 20 ਤਰੀਕ ਨੂੰ ਪਤਾ ਲੱਗੇਗਾ। ਕੁੜੀਆਂ ਦਾ ਕੋਈ ਕਾਲਜ ਨਹੀਂ ਹੈਗਾ ਜੀ ਇੱਥੇ, ਸਰਕਾਰੀ ਕਾਲਜ ਕੋਈ ਵੀ ਕੁੜੀਆਂ ਦਾ ਇੱਥੇ ਹੈ ਨਹੀਂ। ਹਾਂਜੀ, ਤੁਸੀਂ ਖਰੜ ਤੋਂ ਨਹੀਂ ਹੋ? ਅੱਛਾ, ਸਰਕਾਰੀ ਕੋਈ ਵੀ ਕਾਲਜ ਜਿਹੜਾ ਹੈ ਉਹ ਹੈ ਨਹੀਂ ਜੀ ਇੱਥੇ ਕੁੜੀਆਂ ਦਾ। ਤੇ ਬੱਸ ਸਟੈਂਡ ਜਿਹੜਾ ਹੈ ਖਰੜ ਕੋਲ ਆਪਣਾ ਹੈ ਨਹੀਂ। ਤੇ ਖਰੜ ਨਾਲ ਬਿਲਕੁਲ ਚੰਡੀਗੜ੍ਹ ਨਾਲ ਲੱਗਦਾ ਹੈਗਾ। ਤੇ ਅਸੀਂ ਵਿਕਾਸ ਦੀ ਗੱਲ ਕਰਦੇ ਹਾਂ, ਵਿਕਾਸ ਤੇ ਹੈਲਥ ਨਾਲ ਹੁੰਦਾ, ਐਜੂਕੇਸ਼ਨ ਨਾਲ ਹੁੰਦਾ, ਵਿਕਾਸ ਇੱਥੋਂ ਹੀ ਸ਼ੁਰੂ ਹੁੰਦਾ ਹੈ। ਪਰ ਉਹ ਸ਼ੁਰੂਆਤੀ ਦੌਰ ਹੀ ਨਹੀਂ ਚੜਿਆ ਇੱਥੇ। ਦੇਖੋ ਜਿਹੜਾ ਖਰੜ ਦਾ ਅਗਰ ਆਪਾਂ ਗੱਲ ਕਰੀਏ, ਖਰੜ ਬੱਸ ਸਟੈਂਡ ਸੀ ਮਤਲਬ ਜੋ ਪੁਰਾਣਾ ਸੀ, ਹੁਣ ਫਲਾਈਓਵਰ ਦੇ ਕਰਕੇ ਉਹ ਬੱਸ ਸਟੈਂਡ ਉਸ ਹਿਸਾਬ ਨਾਲ ਨਹੀਂ ਹੈ। ਖਰੜ ਦੀ ਵੈਸੇ ਪਲੈਨਿੰਗ ਹੈ ਜਿਹੜੀ ਉਹ ਬੱਸ ਸਟੈਂਡ ਦੀ ਚੱਲ ਰਹੀ ਹੈ, ਜਿੱਥੇ ਫਲਾਈਓਵਰ ਉਤਰ ਰਿਹਾ ਨਾ, ਜਿੱਥੇ ਨੀਂਹ ਪੱਥਰ ਰੱਖਿਆ ਹੋਇਆ, ਪਰ ਉਸ ਤੋਂ ਬਾਅਦ ਹੋਇਆ ਨਹੀਂ ਕੁਝ। ਮਤਲਬ ਉਹੀ ਆ ਵੀ ਉਹ ਉਸ ਤੋਂ ਬਾਅਦ ਇਹਦਾ ਕੰਮ ਹਲੇ ਵੀ ਨਹੀਂ ਖਤਮ ਹੋਇਆ। ਤੁਸੀਂ ਦੇਖੋਗੇ ਹਲੇ ਖਾਨਪੁਰ ਕੋਲ ਫਲਾਈਓਵਰ ਬਣ ਰਿਹਾ, ਕਿਉਂਕਿ ਇਹਦਾ ਕੰਮ ਕੰਪਲੀਟ ਨਹੀਂ ਹੋਇਆ। ਜਦ ਇਹ ਕੰਪਲੀਟ ਹੋ ਜਾਂਦਾ ਹੈ, ਉਹਦਾ ਨੀਂਹ ਪੱਥਰ ਅਗਰ ਰੱਖਿਆ, ਦੇਖੋ ਸ਼ੁਰੂਆਤ ਹੋਈ ਹੈ, ਉਹ ਕੰਮ ਹੋਏਗਾ ਅੱਜ ਨਹੀਂ ਤਾਂ ਕੱਲ। ਹੁਣ ਦੇਖੋ ਜਿਹੜਾ ਅਗਰ ਸੇਮ ਸਰਕਾਰ ਆ ਜਾਂਦੀ ਹੈ ਤਾਂ ਉਹ ਕੰਮ ਕਰ ਸਕਦੀ ਹੈ। ਹੁਣ ਹੋ ਸਕਦਾ ਦੂਜੀ ਸਰਕਾਰ ਆ ਕੇ ਨੀਂਹ ਪੱਥਰ ਨੂੰ ਖਾਰਜ ਕਰ ਦੇਵੇ, ਕਹਾਂਗੇ ਅਸੀਂ ਉਰੇ ਨਹੀਂ ਕਰਨਾ, ਅਸੀਂ ਆਪਣੀ ਜਗ੍ਹਾ ਕਰੂੰਗੇ ਜਾਂ ਇੱਧਰ ਕਰੂੰਗੇ, ਠੀਕ ਹੈ। ਤਾਂ ਇਸ ਲਈ ਮਤਲਬ ਜ਼ਰੂਰੀ ਨਹੀਂ ਆ ਵੀ ਉਹ ਉੱਥੇ ਕੰਮ ਹੋਏਗਾ। ਅਗਰ ਜਿਹੜਾ ਹੈ ਆਪਣਾ ਫਲਾਈਓਵਰ ਦੇ ਅਕੋਰਡਿੰਗ ਉਹ ਅੱਗੇ ਹੀ ਜਾ ਕੇ ਬਣੇਗਾ, ਕਿਉਂਕਿ ਜਿੱਥੇ ਫਲਾਈਓਵਰ ਉਤਰੇਗਾ ਬੱਸ ਸਟੈਂਡ ਉਹਦੇ ਨੇੜੇ ਹੋਣਾ ਚਾਹੀਦਾ। ਬੱਸ ਸਟੈਂਡ ਨੀਚੇ ਆ ਤਾਂ ਸਾਰੀ ਟ੍ਰੈਫਿਕ ਨੀਚੇ ਜਾਏਗੀ ਤਾਂ ਨੀਚੇ ਰਸ਼ ਹੁੰਦਾ। ਅਸੀਂ ਘਰ ਜਾਂਦੇ ਆ,
ਫਲਾਈਓਵਰ ਦੇ ਉੱਤੇ ਰਸ਼ ਨਹੀਂ ਹੁੰਦਾ, ਨੀਚੇ ਹੁੰਦਾ, ਕਿਉਂਕਿ ਮੋਸਟਲੀ ਲੋਕ ਜਿਹੜੇ ਨੀਚੇ ਆ ਉਹ, ਕਿਉਂਕਿ ਇਹ ਫਲਾਈਓਵਰ ਤੋਂ ਕੱਟ ਤੋਂ ਨੀਚੇ ਉਤਰੋਗੇ ਤੁਸੀਂ ਤਾਂ ਇੱਥੇ ਰਸ਼ ਸ਼ਾਮ ਨੂੰ ਡੇਲੀ ਹੁੰਦਾ। ਉਹਦਾ ਕਾਰਨ ਇਹੀ ਆ ਵੀ ਜਿੰਨੀਆਂ ਸੁਸਾਇਟੀਆਂ ਮਤਲਬ ਲੋਕਲ ਲੋਕ ਆ ਉਹ ਨੀਚੇ ਰਹਿੰਦੇ ਆ, ਬੱਸ ਸਟੈਂਡ ਵੀ ਫਿਰ ਨੀਚੇ ਤੋਂ ਜਾ ਕੇ ਆ, ਤਾਂ ਉਹ ਅੱਗੇ ਉਹਦਾ ਬਣਿਆ, ਤਾਂ ਅੱਗੇ ਉਹ ਅਗਰ ਉਹਦਾ ਹੁਣ ਟਾਈਮ ਦੱਸੇਗਾ, ਹੁਣ ਅੱਗੇ ਸਰਕਾਰ ਆਂਦੀ ਆ ਤਾਂ ਕਿਵੇਂ ਹੋਏਗਾ, ਨਹੀਂ ਆ ਕੇ ਉਹ ਬਣਾ ਦੇਗੀ ਤਾਂ ਉਹਦਾ ਵਾਸਤੇ ਵੈਲ ਐਂਡ ਗੁੱਡ ਹੈ, ਕਿਉਂਕਿ ਉਹ ਇੱਕ ਮੁੱਦਾ ਰਾਜਨੀਤੀ ਦਾ ਨਹੀਂ ਆ, ਉਹ ਲੋਕਾਂ ਦਾ, ਉਹ ਬਣਾਉਣਾ ਚਾਹੀਦਾ। ਪਰ ਸਵਾਰਨਾ ਤੇ ਲੋਕਾਂ ਰਾਜਨੇਤਾਵਾਂ ਨਹੀਂ ਹੈ ਨਾ, ਸਿਆਸਤਦਾਨਾਂ। ਬਿਲਕੁਲ ਜੀ ਬਿਲਕੁਲ। ਹੁਣ ਮੈਂ ਉਹੀ ਗੱਲ ਕਰ ਰਿਹਾ, ਇਹ ਫਲਾਈਓਵਰ ਬਣਿਆ ਤਾਂ ਮਤਲਬ ਤੁਸੀਂ ਲਗਾ ਲਓ ਵੀ ਬਹੁਤ ਇਹਦਾ ਫਾਇਦਾ ਹੋਇਆ ਆਪਾਂ ਨੂੰ। ਤੁਸੀਂ ਕਾਂਗਰਸੀ ਤੇ ਨਹੀਂ? ਦੇਖੋ ਹੁਣ ਦੇਖੋ, ਅਗਰ ਮੈਂ ਵਿਚਾਰਧਾਰਾ ਹਰ ਕਿਸੇ ਦੀ ਹੁੰਦੀ ਹੈ ਤੇ ਡੈਮੋਕ੍ਰੇਸੀ 'ਚ ਰੱਖ ਸਕਦੇ ਆ। ਦੇਖੋ ਮੈਂ ਇੱਕ ਗੱਲ ਕਰਦਾ, ਹੁਣ ਜੇ ਆਪਾਂ ਕਾਂਗਰਸ ਦੀ ਗੱਲ ਕਰੀਏ, ਹੁਣ ਮੈਨੂੰ ਤੁਹਾਡੀ ਗੱਲਾਂ ਤੋਂ ਮੈਂ ਕੀ ਆ ਰਹੀ ਹੈ, ਤੁਸੀਂ ਕਾਂਗਰਸ ਨਹੀਂ ਹੈ, ਤੁਸੀਂ ਵੀ ਆਮ ਆਦਮੀ ਹੋ ਸਕਦੇ ਹੋ। ਮੇਰੀਆਂ ਗੱਲਾਂ ਦੀ ਮਹਿਕ ਜਿਹੜੀ ਹੈ ਉਹ ਮੈਂ ਚਾਰ ਲੋਕਾਂ ਨੂੰ ਜੇ ਸਵਾਲ ਕਰ ਰਹੀ ਹਾਂ ਤੇ ਇਹਦਾ ਮਤਲਬ ਮੈਂ ਚਾਰੋਂ ਪੱਖ ਦਿਖਾਉਣੇ ਆ। ਮੈਂ ਉਹੀ ਗੱਲ ਕਰ ਰਿਹਾ ਨਾ, ਤੁਸੀਂ ਪੱਖ ਸਿਰਫ ਉਹੀ ਕੱਢ ਰਹੇ ਹੋ ਜਿਹੜਾ ਤੁਸੀਂ ਕੱਢਣਾ ਚਾਹ ਰਹੇ ਹੋ। ਤੁਸੀਂ ਇਹ ਵੀ ਦੇਖੋ ਨਾ, ਫਲਾਈਓਵਰ ਬਣਿਆ, ਅੱਛੀ ਗੱਲ ਹੋਈ ਹੈ, ਇਹ ਵੀ ਆਪਾਂ ਦੇਖੀਏ ਨਾ, ਆਪਾਂ ਕਹਿੰਦੇ ਬਾਹਰ ਦੇ ਰੋਡ ਬਣ ਗਏ, ਦੇਖੋ ਕੋਈ ਵੀ ਹੈ, ਸੈਂਟਰ ਸਰਕਾਰ ਨੇ ਬਣਾਇਆ, ਟੋਲ ਵੀ ਲੱਗ ਗਿਆ ਨਾ। ਦੇਖੋ ਇਹ ਤੁਸੀਂ ਇੱਕ ਚੀਜ਼ ਦੇਖੋ, ਇਹ ਰੋਡ ਬਣਿਆ ਖਰੜ ਤੋਂ ਲੈ ਕੇ ਲੁਧਿਆਣੇ ਤੱਕ, ਇਹਦੇ 2 ਟੋਲ ਪਲਾਜ਼ਾ ਲੱਗੇ ਆ, ਇੱਕ ਇੱਥੇ ਲੱਗਿਆ, ਇੱਕ ਮਤਲਬ ਅੱਗੇ ਐਂਟਰੀ ਤੇ ਲੱਗਿਆ ਉਧਰ। ਇੱਕ ਰੋਡ ਅਗਰ ਬਣਦਾ ਉਹਦੇ ਟੋਲ ਲੱਗ ਜਾਂਦਾ ਹੈ, ਅਸੀਂ ਕਾਰ ਨਵੀਂ ਲੈਂਦੇ ਆ, ਅਸੀਂ ਰੋਡ ਟੈਕਸ ਦਿੰਦੇ ਆ। ਇਹ ਰੋਡ ਬਣਿਆ ਸਰਕਾਰ ਨੇ ਬਣਾਤਾ, ਸੈਂਟਰ ਸਰਕਾਰ ਨੇ ਬਣਾਤਾ ਜੀ, ਬਹੁਤ ਵਧੀਆ ਕੰਮ ਕਰਤਾ। ਟੋਲ ਕਾਹਦੇ ਲਾਤੇ ਫਿਰ? ਅਸੀਂ ਟੋਲ ਵੀ ਦੇਣਾ, ਰੋਡ ਟੈਕਸ ਵੀ ਦੇਣਾ, ਔਰ ਟੋਲ ਮੈਨੂੰ ਇੱਕ ਪੰਜਾਬ ਦੇ ਵਿੱਚ ਟੋਲ ਦਿਖਾ ਦਿਓ ਜਿਹੜਾ ਟੋਲ ਲੱਗਿਆ ਹੋਵੇ ਔਰ ਬੰਦ ਹੋ ਗਿਆ ਹੋਵੇ, ਕੋਈ ਇੱਕ ਟੋਲ ਦਾ ਨਾਮ ਲੈ ਦਿਓ, ਪੰਜਾਬ ਛੱਡੋ, ਈਵਨ ਕਿ ਕਿਸੇ ਵੀ ਸਟੇਟ ਦਿਖਾ ਦਿਓ, ਟੋਲ ਲਗਾ ਦਿੰਦੇ ਆ, ਰੋਡ ਬਣ ਗਿਆ, ਉਹ ਸਾਰੀ ਉਮਰ ਵਰਕ ਕਰਦਾ ਰਹਿੰਦਾ ਹੈ। ਕਿਉਂ ਇਹਨਾਂ ਨੂੰ ਚਾਹੀਦਾ ਨਹੀਂ ਇੱਕ ਟੋਲ ਬਣਦਾ ਉਹਦੇ ਕਿੰਨੀ ਕਾਸਟਿੰਗ ਆਈ, ਉਹ ਤਾਂ ਇੱਕ ਤਾਂ ਲਿਖਿਆ ਜਾਂਦਾ ਵੀ ਗੱਡੀ ਦੀ ਪਰਚੀ 100 ਰੁਪਿਆ, ਟਰੱਕ ਦੀ 200 ਰੁਪਿਆ, ਉਹ ਤਾਂ ਇੱਕ 'ਚ ਨਹੀਂ ਲਿਖ ਸਕਦੇ ਵੀ ਟੋਟਲ ਖਰਚਾ ਇੰਨਾ ਹੈ, ਇੰਨੇ ਸਾਲ ਵਾਸਤੇ ਚੱਲੇਗਾ, ਉਹਦੇ ਬਾਅਦ ਇੰਨੇ ਟਾਈਮ ਬੰਦ ਹੋਣਾ ਚਾਹੀਦਾ, ਉਹਦਾ ਕੋਈ ਹਿਸਾਬ ਹੈ? ਟੋਲ ਸਾਰੀ ਉਮਰ ਚੱਲਦੇ ਆ, ਰੋਡ ਬਣਿਆ, ਟੋਲ ਲੱਗ ਗਿਆ, ਤੁਸੀਂ ਮੈਨੂੰ ਇਹ ਦੱਸੋ ਵੀ ਉਹਦਾ ਸਾਨੂੰ ਕੀ ਫਾਇਦਾ ਰੋਡ ਦਾ? ਜਦ ਅਸੀਂ ਗੱਡੀ ਲੈਨੇ ਆ, ਜਦ ਵੀ ਟੈਕਸ ਦੇਣਾ, ਰੋਜ਼ ਨਿਕਲਣਾ, ਹੁਣ ਮੈਂ ਰੋਜ਼ ਆਉਣਾ, ਮੇਰੀ 70 ਰੁਪਏ ਦੀ ਪਰਚੀ ਇੱਕ ਸਾਈਡ ਦੀ ਲੱਗਦੀ ਹੈ। ਸਵਾਲ ਵੀ ਉੱਠੇ ਸੀ ਜੇ ਰੋਡ ਟੈਕਸ ਹੈ ਤੇ ਫਿਰ ਟੋਲ ਟੈਕਸ ਕਿਉਂ? ਟੋਲ ਟੈਕਸ ਕਿਉਂ ਹੈ? ਮੇਰਾ ਮੁੱਦਾ ਇਹ ਆ। ਹੁਣ ਆਪਾਂ ਕਹਿੰਦੇ ਜੀ ਰੋਡ ਬਣਾਤਾ, ਗਵਰਨਮੈਂਟ ਨੇ ਕਰਤਾ, ਫਿਰ ਆਪਾਂ ਕਹਿੰਦੇ ਜੀ ਟੋਲ ਲੱਗ ਗਿਆ, ਉਹ ਵੀ ਉਹਨਾਂ ਲਾਤਾ, ਪਰ ਉਹ ਟੋਲ ਬੰਦ ਕਦੋਂ ਹੋਏਗਾ? ਉਹਦਾ ਕੋਈ ਲਾਅ ਨਹੀਂ ਬਣਿਆ। ਹੁਣ ਮੇਰੀ ਇਮਾਨਦਾਰੀ ਦਾ ਸਬੂਤ ਇਹੀ ਹੋਏਗਾ ਕਿ ਤੁਹਾਡੀ ਪੂਰੀ ਇੰਟਰਵਿਊ ਅਨਐਡਿਟਡ ਲੱਗੇਗੀ, ਵਿੱਚ ਕੱਟ ਕੋਈ ਨਹੀਂ ਲੱਗੂਗਾ। ਠੀਕ ਆ, ਥੈਂਕ ਯੂ। ਮੈਂ ਮੁੱਦਿਆਂ ਤੇ ਗੱਲ ਕਰਦਾ, ਠੀਕ ਹੈ? ਇਹ ਮੁੱਦਾ ਮੇਰੇ ਇਕੱਲੇ ਦਾ ਨਹੀਂ, ਸਭ ਲਈ ਆ। ਇਹ ਕੁਐਸਚਨ ਸਭ ਦੇ ਦਿਮਾਗ 'ਚ ਹੁੰਦਾ ਵੀ ਟੋਲ ਲੱਗਿਆ, ਉਹ ਕਦੋਂ ਬੰਦ ਹੋਏਗਾ, ਕਿੰਨਾ ਖਰਚਾ ਆਇਆ ਰੋਡ ਤੇ, ਔਰ ਕਾਸਟਿੰਗ ਕਿੰਨੀ ਹੈ, ਡੇਲੀ ਦੀ ਗੱਡੀ ਕਿੰਨੀ ਲੱਗੇ, ਤੁਸੀਂ ਉੱਤੇ ਇੱਕ ਬੋਰਡ ਲਾਓ, ਇੰਨਾ ਖਰਚਾ ਜੀ 5 ਸਾਲ ਲਈ ਟੋਲ ਆ, ਸਾਨੂੰ ਪਤਾ ਹੋਵੇ ਜੀ 5 ਸਾਲ ਹੈ, 5 ਸਾਲ ਬਾਅਦ ਇਹ ਬੰਦ ਹੋਏਗਾ, ਠੀਕ ਹੈ? ਨਵਾਂ ਰੋਡ ਬਣਾਓ, ਨਵੀਂ ਜਗ੍ਹਾ ਲਾ ਦਿਓ, ਉਹ 10 15 ਬਾਅਦ ਸੋਲਕੇ ਵਾਲਾ ਟੋਲ ਆ, ਕੁਰਾਲੀ ਵਾਲਾ ਟੋਲ 2 ਲੱਗ ਗਏ ਸੀ, ਸੋਲਕੇ ਵਾਲਾ, ਕੁਰਾਲੀ ਵਾਲਾ ਰੋਡ ਧਰਨੇ ਦੇ ਕੇ ਚੁਕਵਾਇਆ ਉਹਨਾਂ ਨੇ, ਅੱਗੇ ਵਾਲਾ 2 ਟੋਲ ਲੱਗੇ ਸੀ, ਹੁਣ ਸੋਲਕੇ ਵਾਲਾ ਚੱਲ ਰਿਹਾ, ਕਿੰਨਾ ਟਾਈਮ ਹੋ ਗਿਆ ਉਹਨੂੰ? ਤੁਸੀਂ ਈਵਨ ਦੇਖੋ, ਮੇਰਾ ਏਰੀਆ ਮਰੰਡਾ ਪੈਂਦਾ ਹੈ, ਇੱਕ ਰੋਡ ਟੋਲ ਇਹ ਹੋ ਗਿਆ, ਇੱਕ ਕੁਰਾਲੀ ਵਾਲਾ ਹੋ ਗਿਆ, ਇੱਕ ਸੋਲਕੇ ਵਾਲਾ ਹੋ ਗਿਆ, ਇੱਕ ਚਮਕੌਰ ਸਾਹਿਬ ਤੋਂ ਰੋਪੜ ਜਾਂਦੇ, 4 ਟੋਲ 20 ਕਿਲੋਮੀਟਰ ਦੇ ਏਰੀਆ ਦੇ ਵਿੱਚ ਪੈਂਦੇ, ਕਿਉਂਕਿ ਸਾਰੇ ਲੋਕਾਂ ਕੋਲ ਪੈਸਾ ਇੱਥੇ ਹੀ ਹੈ, ਸਾਰੇ ਟੋਲ ਇੱਥੇ ਲੱਗੇ ਪਿਆ। ਕੀ ਮੁੱਦਾ ਇਹਦਾ? ਮਤਲਬ ਇੱਕ ਮੈਂ ਤੁਹਾਨੂੰ ਆਪਣੀ ਗੱਲ ਦੱਸ ਦਿੰਦਾ, ਇੱਕ ਬਠਿੰਡੇ ਤੋਂ ਮੇਰੇ ਦੋਸਤ ਆਏ ਸੀ, ਉਹਨਾਂ ਨੇ ਇੱਕ ਗੱਲ ਦੱਸੀ, ਇਦਾਂ ਹੀ ਮੈਨੂੰ ਮਿਲੇ, ਮੈਂ ਕਿਹਾ ਤੁਸੀਂ ਆਪਣੀ ਕਾਰ ਨਹੀਂ ਲੈ ਕੇ ਆਏ, ਕਹਿੰਦੇ ਤੁਹਾਡੇ ਕਿੰਨੀ ਕਾਰ ਕੀ ਲਿਆਈਏ, ਕਹਿੰਦਾ ਤੁਹਾਡੇ ਟੋਲੇ ਬਹੁਤ ਇੱਧਰ ਆਉਂਦੇ ਹੋ, ਕਹਿੰਦਾ ਸਾਡੇ ਬਠਿੰਡੇ ਨੇੜੇ ਤੇੜੇ ਕੋਈ ਟੋਲ ਨਹੀਂ ਹੈਗਾ, ਮਤਲਬ ਇੱਕ ਅੱਧਾ ਟੋਲ ਹੈ, ਕਹਿੰਦਾ ਬਣ ਕੇ ਟੋਲ ਨਹੀਂ, ਕਹਿੰਦਾ ਤੁਹਾਡੇ ਟੋਲੇ ਬਹੁਤ ਆ, ਕਹਿੰਦੇ ਇੰਨਾ ਖਾਟਾ ਪੈਟਰੋਲ ਦਾ ਨਹੀਂ ਨਾ ਟੋਲ ਦਾ ਆ ਜਾਂਦਾ। ਉਹਦਾ ਕੀ ਹੈ ਵੀ ਤੁਸੀਂ ਦੇਖੋ 20 ਕਿਲੋਮੀਟਰ ਦੇ ਅੰਦਰ 4 ਟੋਲ, ਮਤਲਬ ਜਿਹੜਾ ਰੋਡ ਬਣਦਾ ਉੱਤੇ ਪਹਿਲਾਂ ਟੋਲ ਲੱਗ ਜਾਂਦਾ, ਮਤਲਬ ਸਾਨੂੰ ਫਿਰ ਇਹ ਆ ਵੀ ਅਸੀਂ ਇਹਨੂੰ ਸਾਨੂੰ ਤਾਂ ਨੁਕਸਾਨ ਇਹ ਤਾਂ ਮਤਲਬ ਜੇ ਟੋਲ ਇੱਕ ਰੋਡ ਬਣਿਆ ਸੀ ਉਹਨੇ ਫੈਸਿਲਿਟੀ ਦੇਈ, ਗਵਰਨਮੈਂਟ ਨੇ ਕੀ ਕੀਤਾ ਫਿਰ? ਗਵਰਨਮੈਂਟ ਦਾ ਕਹਿੰਦਾ ਜੀ ਟੋਲ ਬਣਾ ਦਿਓ, ਆ ਰੋਡ ਬਣਾ ਦਿਓ, ਆਪਣਾ ਖਾਈ ਚਲੋ। ਅੱਛਾ ਇਹ ਦੱਸੋ ਤੁਸੀਂ ਸਿੱਧੂ ਸਾਹਿਬ ਸਾਈਡ ਹੋ ਕਿ ਚੰਨੀ ਸਾਹਿਬ ਸਾਈਡ? ਸਿੱਧੂ ਚੰਨੀ ਦੋਨੋਂ ਇੱਕ ਹੀ ਐ ਵੈਸੇ ਤਾਂ। ਅੱਛਾ ਨਾ ਬਿਲਕੁਲ ਨਹੀਂ, ਨਹੀਂ ਇਹ ਪਾਰਟੀ ਇੱਕੋ ਹੈ ਬਸ। ਬਲਵੀਰ ਸਿੱਧੂ ਕੇ ਨਵਜੋਤ ਸਿੰਘ ਸਿੱਧੂ? ਨਵਜੋਤ ਸਿੱਧੂ। ਦੇਖੋ ਨਵਜੋਤ ਸਿੰਘ ਸਿੱਧੂ ਦੀ ਅਗਰ ਆਪਾਂ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਕਿਰਦਾਰ ਹੈ, ਉਹਨਾਂ ਨੇ ਰਾਜਨੀਤੀ ਵੀ ਕੀਤੀ ਹੈ, ਆਪਣਾ ਦੇਸ਼ ਲਈ ਖੇਡੇ ਵੀ ਆ ਉਹ, ਠੀਕ ਹੈ? ਔਰ ਉਹਨਾਂ ਦਾ ਇੱਕ ਕਿਰਦਾਰ ਜਿਹੜਾ ਸਾਨੂੰ ਸਭ ਤੋਂ ਵਧੀਆ ਲੱਗਦਾ, ਮੈਂ ਉਹ ਦੱਸ ਦਿੰਦਾ, ਉਹ ਇਕੱਲੇ ਇਹੋ ਜਿਹੇ ਲੀਡਰ ਆ ਪੂਰੇ ਇੰਡੀਆ ਦੇ ਵਿੱਚ ਜਿਨ੍ਹਾਂ ਦੇ ਕੋਈ ਧੋਖਾਧੜੀ ਦਾ ਕੋਈ ਦੇਸ਼ ਉਹਦਾ ਦਾਗ ਨਹੀਂ ਹੈ ਕੋਈ ਉਹਦਾ। ਹੁਣ ਜਿਹੜਾ ਬੰਦਾ 40 ਕਰੋੜ ਰੁਪਏ ਦੀ ਉਹਨਾਂ ਦੀ ਮੰਥਲੀ ਇਨਕਮ ਸੀ, ਉਹ ਜਿਹੜੀ ਛੱਡ ਕੇ ਆਏ ਆ, ਠੀਕ ਹੈ? ਉਹ ਉਹਨਾਂ ਦੇ ਕੁਝ ਅਰਮਾਨ ਆ, ਕੁਝ ਚਾਹੁੰਦੇ ਆਪਾਂ ਕੁਝ ਕਰੀਏ, ਠੀਕ ਹੈ? ਜਦ ਤੱਕ ਕਿਸੇ ਨੂੰ ਕੋਈ ਕਲੀਅਰਲੀ ਮੌਕਾ ਨਹੀਂ ਮਿਲਦਾ, ਠੀਕ ਹੈ, ਤਾਂ ਆਪਾਂ ਨਹੀਂ ਕਹਿ ਸਕਦੇ ਉਹ ਬੰਦਾ ਕੰਮ ਨਹੀਂ। ਇਮਾਨਦਾਰੀ ਤੇ ਉਹਨਾਂ ਦੀ ਕੋਈ ਵੀ ਦਾਗ ਨਹੀਂ ਹੈ, ਪਰ ਸੁਭਾਅ ਤੇ ਬਥੇਰੇ ਹੈ। ਖੈਰ ਆਪਾਂ ਸੁਭਾਅ ਹੁਣ ਮੇਰਾ ਬੜਾ
ਕੱਬਾ ਹੈ। ਮੈਨੂੰ ਕੱਬਾ ਮੇਰਾ ਬਹੁਤ ਹੈ, ਠੀਕ ਹੈ। ਕਦੇ ਮੈਨੂੰ ਗੁੱਸਾ ਆ ਜਾਂਦਾ ਹੈ, ਠੀਕ ਹੈ। ਕਦੇ ਮੈਨੂੰ ਕਿਸੇ ਲਈ ਪਿਆਰ ਵੀ ਬੜਾ ਹੁੰਦਾ ਹੈ। ਸੁਭਾਅ ਤਾਂ ਦੇਖੋ ਸਭ ਦਾ ਹੁੰਦਾ ਹੈ। ਜਿਹਦੇ ਅੰਦਰ ਕੁਝ ਹੁੰਦਾ ਨਾ ਤਾਂ ਉਹ ਬੰਦਾ ਐਕਚੁਅਲ ਕੀ ਹੁੰਦਾ ਹੈ ਤਾਂ ਉਹਦਾ ਸੁਭਾਅ ਚੇਂਜ ਹੁੰਦਾ ਰਹਿੰਦਾ ਹੈ। ਜਿਹਦੇ ਅੰਦਰ ਕੋਈ ਗਰਜ ਹੁੰਦਾ ਉਹ ਫੀਲਿੰਗ ਹੁੰਦੀ ਆ ਵੀ ਮੈਂ ਇਹ ਕੰਮ ਕਰਨਾ ਹੈ, ਠੀਕ ਹੈ। ਉਹ ਕੰਮ ਕਰਨ ਲਈ ਉਹਦਾ ਸੁਭਾਅ ਚੇਂਜ ਹੋਏਗਾ, ਕਿਉਂਕਿ ਉਹ ਤਾਂ ਹੀ ਸੋਚੇਗਾ ਜੇ ਬੰਦਾ ਸੋਚ। ਹੁਣ ਮੈਂ ਤਾਂ ਇੱਕ ਗੱਲ ਕਹਿਣਾ ਵੀ ਅਗਰ ਆਪਾਂ ਰਾਜਨੀਤੀ ਲੀਡਰ ਬਹੁਤ ਦੇਖਦੇ ਆ, ਉਹ ਮੋਸਟਲੀ ਕੀ ਕਰਦੇ ਆ, ਜਿਹੜੇ ਜ਼ਿਆਦਾ ਏਜ ਦੇ ਆ। ਆਪਾਂ ਆਪਣੇ ਘਰ 'ਚ ਬਜ਼ੁਰਗ ਦੀ ਗੱਲ ਲੈਂਦੇ ਆ। ਹੁਣ ਮੇਰੇ ਫਾਦਰ ਸਾਹਿਬ ਆ, ਆਪਾਂ ਕੋਈ ਕੰਮ ਕਰੂੰਗੇ, ਚਲੋ ਠੀਕ ਆ, ਹੋ ਗਿਆ, ਠੀਕ ਆ, ਨਹੀਂ ਛੱਡੋ। ਮੈਂ ਕਹੂੰਗਾ ਕਿਉਂ ਛੱਡੋ, ਆਪਾਂ ਕੰਮ ਕਰਨਾ ਹੈ। ਜਿਹੜਾ ਬੰਦਾ ਕਹਿੰਦਾ ਮੈਂ ਕਰਨਾ ਹੈ, ਚਾਹੇ ਉਹਦਾ ਨੁਕਸਾਨ ਹੋਵੇ ਫਾਇਦਾ ਹੋਵੇ, ਬਾਅਦ 'ਚ ਪਤਾ ਲੱਗਦਾ। ਬਟ ਜੇ ਉਹਦਾ ਫਾਇਦਾ ਹੋ ਜਾਵੇ ਸਭ ਨੂੰ ਫਾਇਦਾ, ਜੇ ਨੁਕਸਾਨ ਹੁੰਦਾ ਤਾਂ ਉਹ ਤਾਂ ਖੋ ਵੀ ਸਕਦਾ। ਤਾਂ ਇਸ ਲਈ ਉਹ ਜੋਸ਼ੀਲੇ ਆ। ਸੋ ਸਾਡੇ ਪ੍ਰੋਗਰਾਮ ਦਾ ਨਾਮ ਹੈ ਹਾਊਸ ਦਾ ਜੋਸ਼। ਸੋ ਫਿਰ ਹਾਊਸ ਦਾ ਜੋਸ਼ ਹਾਈ ਕਿ ਉਹ ਲੋ? ਤੁਸੀਂ ਦੇਖਿਆ ਹੀ ਹੈ। ਨਹੀਂ ਹਾਈ ਕਿ ਲੋ? ਨਹੀਂ ਹਾਈ ਹੈ ਜੋਸ਼ ਤਾਂ। ਹਾਊਸ ਦਾ ਜੋਸ਼ ਹਾਈ ਹਾਈ ਹਾਈ। ਦੱਸੋ ਸਰਦਾਰ ਸਾਹਿਬ, ਹਾਊਸ ਦਾ ਜੋਸ਼? ਹਾਈ ਤੋ ਹਾਊਸ ਦਾ ਜੋਸ਼ ਹਾਈ ਕਿ ਲੋ? ਹਾਈ ਰੱਖਿਓ, ਕਿਉਂਕਿ ਉਮੀਦਾਂ ਜਿਹੜੀਆਂ ਨੇ ਜਿਵੇਂ ਤੁਹਾਨੂੰ ਨੇ ਸਿਆਸਤਦਾਨਾਂ ਤੋਂ, ਆਪਣੇ ਲੀਡਰਾਂ ਤੋਂ, ਤੇ ਜੇ ਨਹੀਂ ਵੀ ਰੱਖਦੇ ਤਾਂ ਵੀ ਜੋਸ਼ ਜਿਹੜਾ ਹਾਈ ਰੱਖਣਾ ਜ਼ਰੂਰੀ ਹੈ, ਕਿਉਂਕਿ ਮੇਨ ਤਾਕਤ ਜਿਹੜੀ ਹੈ ਨਾ, ਧੁਰ ਹੈ, ਉਹ ਤੁਹਾਡੇ ਹੀ ਹੱਥ ਵਿੱਚ ਹੈਗਾ। ਸੋ ਮੇਰੇ ਹੱਥ ਵਿੱਚ ਫਿਲਹਾਲ ਆਉਣ ਲੱਗਾ ਹੈ ਇਹ ਨਾਨ। ਸੋ ਮੈਂ ਇੱਥੇ ਬੈਠੀ ਹੋਈ ਹਾਂ ਤਾਂ ਕਿ 4 ਲੋਕਾਂ ਨਾਲ ਹੋਰ ਗੱਲਬਾਤ ਵੀ ਹੋ ਜਾਏ, ਖਰੜ ਦੀ ਨਬਜ਼ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕੀਏ। ਅਗਲਾ ਹਲਕਾ ਲੈ ਕੇ, ਯਾਨੀ ਕਿ ਅਗਲਾ ਜੋਸ਼ ਲੈ ਕੇ ਫਿਰ ਤੋਂ ਮਿਲਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਮੇਰੇ ਨਾਲ ਨੇ ਕੈਮਰਾਮੈਨ ਸੁਨੀਲ, ਮੈਂ ਹਾਂ ਪੁਨੀਤ, ਤੇ ਆਪਾਂ ਮਿਲਦੇ ਹਾਂ ਛੇਤੀ। ਸਤਿ ਸ਼੍ਰੀ ਅਕਾਲ। ਹਾਊਸ ਦਾ ਜੋਸ਼ ਹਾਈ ਹਾਈ ਹਾਈ